चर्चा करांगे फूड एंड सिविल सप्लाईज मिनिस्टर ते जिन्हां दे कोल पंजाब दा जंगलात विभाग भी है लालचंद कटारू ਚੱਕ जी दे नाल ते उन्हां नूं सवाल करनगे मेरे सहयोगी विजयपाल बराड़ ते गौरव शुक्ला। ओवर टू यू विजय एंड गौरव। ਧੰਨਵਾਦ ਅਰਸ਼ਦੀਪ। ਤਾਂ ਸਾਡੇ ਨਾਲ ਲਾਲਚੰਦ ਕਟਾਰੂ ਚੱਕ ਨੇ। ਦੋ ਅਹਿਮ ਮਹਿਕਮੇ ਇਹਨਾਂ ਦੇ ਕੋਲ ਨੇ, ਫੂਡ ਸਪਲਾਈ ਡਿਪਾਰਟਮੈਂਟ ਖੁਰਾਕ ਸਪਲਾਈ ਜਿਸ ਨੂੰ ਕਿਹਾ ਜਾਂਦਾ, ਔਰ ਜੰਗਲਾਤ ਤੇ ਵਾਈਲਡ ਲਾਈਫ ਦੋਨੇ ਹੀ ਬਹੁਤ ਇੰਪੋਰਟੈਂਟ ਨੇ। ਔਰ ਕੀ ਇੱਕ ਸਾਲ ਦੇ ਵਿੱਚ ਜਦੋਂ ਦਾ ਮਹਿਕਮੇ ਇਹਨਾਂ ਦੇ ਕੋਲ ਨੇ ਕੀ ਅਚੀਵਮੈਂਟਸ ਰਹੀਆਂ ਨੇ ਜਾਂ ਕੀ ਚੁਣੌਤੀਆਂ ਨੇ, ਤੇ ਅਗਲੇ ਸਮੇਂ ਦੇ ਵਿੱਚ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਵਿਭਾਗਾਂ ਤੇ ਕੰਮ ਕਰ ਰਹੀ ਹੈ। ਬਹੁਤ ਬਹੁਤ ਸਵਾਗਤ ਹੈ ਕਟਾਰੂ ਚੱਕ ਜੀ। ਕਾਫੀ ਲੰਮੇ ਸਮੇਂ ਬਾਅਦ ਆਪਣੀ ਮੁਲਾਕਾਤ ਹੋ ਰਹੀ ਹੈ, ਕਿਉਂਕਿ ਅਕਸਰ ਕਿਤੇ ਨਾ ਕਿਤੇ ਤੁਹਾਡੇ ਰੁਝੇਵਿਆਂ ਦੇ ਚੱਲਦੇ ਆਪਾਂ ਗੱਲਬਾਤ ਨਹੀਂ ਕਰ ਸਕੇ, ਪਰ ਤੁਹਾਡੇ ਮਹਿਕਮੇ ਦੇ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਨੇ ਚੀਜ਼ਾਂ। ਸੋ ਸ਼ੁਰੂਆਤ ਮੈਂ ਇੱਥੋਂ ਹੀ ਕਰਨਾ ਚਾਹੂੰਗਾ ਕਿ ਆਪਾਂ ਬਿਲਕੁਲ ਮਾਰਚ ਦੇ ਵਿੱਚ ਬੈਠੇ ਹਾਂ ਔਰ ਅਪ੍ਰੈਲ ਦੇ ਵਿੱਚ ਕਹਿੰਦੇ ਵੀ ਆਈ ਵਿਸਾਖੀ ਵਾਢੀ ਸ਼ੁਰੂ। ਸੋ ਉਸ ਨੂੰ ਲੈ ਕੇ ਸਭ ਤੋਂ ਪਹਿਲਾਂ ਹੁਣ ਸਰਕਾਰ ਦੇ ਸਾਹਮਣੇ ਕੀ ਚੈਲੰਜਸ ਨੇ, ਔਰ ਕਿਉਂਕਿ ਸਵਾਲ ਇਸ ਲਈ ਵੀ ਕਿ ਜਿਹੜੀ ਫੂਡ ਸਪਲਾਈ ਡਿਪਾਰਟਮੈਂਟ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ ਹੁੰਦੀ ਹੈ ਉਹਦੀ ਚਰਚਾ ਲੰਮੇ ਸਮਿਆਂ ਤੱਕ ਰਹਿੰਦੀ ਹੈ। ਜੇ ਪਿਛਲੀਆਂ ਸਰਕਾਰਾਂ ਵੀ ਆਪਾਂ ਦੇਖੀਏ, ਕੈਪਟਨ ਅਮਰਿੰਦਰ ਸਿੰਘ ਦੀ ਰਹੀ ਹੋਵੇ ਜਾਂ ਅਕਾਲੀ ਦਲ ਦੀ ਰਹੀ ਹੋਵੇ, ਅੱਜ ਵੀ ਇਹ ਦਾਅਵੇ ਇੱਕ ਦੂਜੇ ਦੇ ਅਗੇਂਸਟ ਕੀਤੇ ਜਾਂਦੇ ਨੇ ਕਿ ਅਸੀਂ ਕਦੇ ਸਮੱਸਿਆ ਨਹੀਂ ਆਉਣ ਦਿੱਤੀ, ਅਸੀਂ ਕਦੇ ਸਮੱਸਿਆ ਨਹੀਂ ਆਉਣ ਦਿੱਤੀ। ਸੋ ਬਹੁਤ ਇੰਪੋਰਟੈਂਟ ਹੋ ਜਾਂਦਾ ਇਹ ਵਾਲਾ ਡਿਪਾਰਟਮੈਂਟ। ਸੋ ਤੁਸੀਂ ਕਿਸ ਤਰੀਕੇ ਨਾਲ ਇਸ ਡਿਪਾਰਟਮੈਂਟ ਨੂੰ, ਕਿਉਂਕਿ 1 ਸਾਲ ਤੋਂ ਚਲਾ ਰਹੇ ਹੋ, ਕੀ ਚੁਣੌਤੀਆਂ ਫੇਸ ਕਰ ਰਹੇ ਹੋ, ਔਰ ਹੁਣ ਅੱਗੇ ਤਾਜ਼ਾ ਫਸਲ ਨੂੰ ਲੈ ਕੇ? ਦੇਖੋ ਬਰਾੜ ਜੀ, ਪਹਿਲੀ ਗੱਲ ਤਾਂ ਇਹ ਆ ਵੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦਾ ਬੜਾ ਕਲੀਅਰ ਕੰਟੈਂਟ ਹੈ ਸਾਡੀ ਸਰਕਾਰ ਦਾ ਜੀ। ਇੰਟੈਗ੍ਰਿਟੀ ਔਰ ਸਿੰਸੈਰਿਟੀ ਜਿਹੜੀ ਆ ਉਹ ਸਾਡੇ ਅੰਦਰ ਸਾਡੇ ਲਹੂ 'ਚ ਹੈ, ਵਿਭਾਗ ਦੇ ਪ੍ਰਤੀ ਵੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਵੀ ਜੀ। ਸੋ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ। ਸੋ ਇਹ ਕੰਮ ਕਰਦਿਆਂ ਕਰਦਿਆਂ 1 ਸਾਲ ਸਾਡਾ ਬੀਤ ਗਿਆ। ਠੀਕ ਹੈ, ਅੱਜ 1 ਸਾਲ ਸਰਕਾਰ ਨੂੰ ਹੋ ਗਿਆ। ਸੋ ਮੈਂ ਕਹਿ ਸਕਦਾ ਕਿ ਫੂਡ ਸਪਲਾਈ ਦੇ ਅੰਦਰ ਬੜਾ ਬੇਸਿਕ ਡਿਪਾਰਟਮੈਂਟ ਹੈ ਫੂਡ ਸਪਲਾਈ। ਕਰੋੜਾਂ ਲੋਕ ਇਹਦੇ ਨਾਲ ਜੁੜੇ ਆ, ਇਹਦੇ ਨਾਲ ਬੈਨੀਫਿਸ਼ਰੀ ਜੁੜੇ ਆ, ਇਹਦੇ ਨਾਲ ਕਿਸਾਨ ਜੁੜੇ ਆ, ਇਹਦੇ ਨਾਲ ਕੰਜ਼ਿਊਮਰ ਜੁੜਿਆ ਆ ਜੀ। ਸੋ ਇਸ ਕਰਕੇ ਇਹਦੇ ਵਿੱਚ 1 ਸਾਲ ਦੇ ਪੀਰੀਅਡ 'ਚ ਮੈਂ ਬਹੁਤ ਕੁਝ ਸਿੱਖਿਆ। ਤੇ ਸਾਡੇ ਸਾਹਮਣੇ ਜਦੋਂ ਅਕਸਰ ਤੁਸੀਂ ਫਸਲ ਦਾ ਜ਼ਿਕਰ ਕੀਤਾ, 2 ਸੀਜ਼ਨ ਬੜੇ ਇੰਪੋਰਟੈਂਟ ਨੇ ਪੰਜਾਬ ਦੇ ਅੰਦਰ, ਝੋਨੇ ਔਰ ਕਣਕ ਦਾ ਜੀ। ਔਰ ਇੱਕ ਪੰਜਾਬ ਦੀ ਇਕਨੋਮੀ ਦਾ ਬਹੁਤ ਵੱਡਾ ਬੇਸ ਹੈ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ। ਸੋ ਇਹ ਹਮੇਸ਼ਾ ਚੁਣੌਤੀ ਬਣੀ ਰਹਿੰਦੀ ਹਰ ਸਰਕਾਰ ਦੇ ਅੱਗੇ ਕਿ ਕਿਸਾਨਾਂ ਦੀ ਫਸਲ ਜਿਹੜੀ ਬੜੀ ਔਖੀ ਪਾਲੀ ਹੁੰਦੀ ਆ, ਖੂਨ ਪਸੀਨਾ ਕਰਕੇ ਜਦੋਂ ਉਹ ਲੈ ਕੇ ਆਉਂਦੇ ਆ ਮੰਡੀ ਦੇ ਅੰਦਰ, ਤੇ ਉਹਨਾਂ ਦੀਆਂ ਚਿੰਤਾਵਾਂ ਵੀ ਹੁੰਦੀਆਂ। ਬਿਲਕੁਲ ਠੀਕ ਹੈ। ਤੇ ਸਰਕਾਰ ਦੇ ਸਾਹਮਣੇ ਵੀ ਚੁਣੌਤੀ ਹੁੰਦੀ ਆ ਵੀ ਉਹ ਸੀਜ਼ਨ ਸਾਡਾ ਚੰਗਾ ਚੱਲ ਜਾਵੇ, ਚੰਗੀ ਫਸਲ ਚੱਕੀ ਜਾਵੇ। ਸੋ ਮੈਂ ਬੜੀ ਤਸੱਲੀ ਨਾਲ ਕਹਿ ਸਕਦਾ ਕਿ 2 ਸੀਜ਼ਨ ਉੱਦਾਂ ਸਾਡੀ ਜਿੱਦਾਂ ਮਤਲਬ ਕਿਹਾ ਜਾਂਦਾ ਸਾਡੀ ਮਨੁੱਖੀ ਭਾਵ ਦੇ ਅੰਦਰ ਕਿ ਛੋਟੇ ਬੱਚੇ ਦੇ ਲਈ 2 ਸੀਜ਼ਨ ਬੜੇ ਇੰਪੋਰਟੈਂਟ ਹੁੰਦੇ ਆ, ਪਹਿਲੀਆਂ ਗਰਮੀਆਂ ਤੇ ਪਹਿਲੀਆਂ ਸਰਦੀਆਂ। ਜੋ ਕਿਸੇ ਵੀ ਸਰਕਾਰ ਦੇ ਲਈ 2 ਸੀਜ਼ਨ ਪਹਿਲੇ ਜਿਹੜੇ ਆ ਪੈਡੀ ਔਰ ਆਪਣਾ ਬੀਟ ਦੇ। ਸੋ ਮੈਂ ਖੁਸ਼ੀ ਜ਼ਾਹਰ ਕਰਦਾ ਕਿ ਆਮ ਤੌਰ ਤੇ ਦੇਖਿਆ ਜਾਂਦਾ ਸੀ, ਮੈਂ ਕਿਸੇ ਇਲਜ਼ਾਮ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਗੱਲ ਕਰਦਾ। ਠੀਕ ਹੈ। ਮੇਰੇ ਖਿਆਲ ਮੈਂ ਅਪਰੋਕਸੀਮੇਟਲੀ 34 ਵਰ੍ਹਿਆਂ ਤੋਂ ਰਾਜਨੀਤਿਕ ਫੀਲਡ 'ਚ ਹਾਂ। ਠੀਕ ਹੈ। ਸੋ ਇਹਨਾਂ ਸਮਿਆਂ ਦੇ ਦੌਰਾਨ ਅਕਸਰ ਕਿਸਾਨ ਧਰਨੇ ਲਾਉਂਦੇ ਹੁੰਦੇ ਸੀਗੇ, ਮੰਡੀ 'ਚ ਸਾਡੀ ਜਿਣਸ ਨਹੀਂ ਚੱਕੀ ਜਾ ਰਹੀ, ਜੇ ਚੱਕੀ ਜਾਂਦੀ ਹੈ ਫਿਰ ਪੈਸੇ ਨਹੀਂ ਸਾਡੇ ਪੈ ਰਹੇ ਜੀ, ਫਿਰ ਸੜਕਾਂ ਜਾਮ, ਦੂਜਾ ਤੀਜਾ ਇੱਦਾਂ। ਸੋ ਮੈਨੂੰ ਖੁਸ਼ੀ ਆ ਕਿ ਅਸੀਂ ਬਿਲਕੁਲ ਮਿਹਨਤ ਕਰਕੇ ਸਾਡੇ ਅਧਿਕਾਰੀ ਸਾਹਿਬਾਨਾਂ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲਾ ਜਦੋਂ ਅਸੀਂ ਝੋਨੇ ਦੀ ਖਰੀਦ ਕੀਤੀ ਹੈ ਜੀ, 182.50 ਲੱਖ ਮੀਟਰ ਟਨ ਜਿਹੜਾ ਝੋਨਾ ਪੰਜਾਬ ਦੀ ਮੰਡੀਆਂ 'ਚ ਖਰੀਦਿਆ ਵਿਭਾਗ ਵੱਲੋਂ, ਔਰ 37,000 ਕਰੋੜ ਸਮਥਿੰਗ ਤੋਂ ਉੱਪਰ ਜਿਹੜਾ ਪੈਸਾ ਸੀ ਕਿਸਾਨਾਂ ਦੇ ਖਾਤਿਆਂ 'ਚ ਪਾਇਆ। ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਅਸੀਂ 4-4 ਘੰਟਿਆਂ ਦੇ ਵਿੱਚ ਪੇਮੈਂਟ ਪਾਈ ਹੈ ਕਿਸਾਨ ਦੇ ਖਾਤੇ 'ਚ। ਅਸੀਂ ਜਦੋਂ ਪਹਿਲੋਂ ਰਾਜਪੁਰੇ ਤੋਂ ਇਹਦੀ ਸ਼ੁਰੂਆਤ ਕਰਕੇ ਤੁਰੇ ਹਾਂ ਝੋਨੇ ਦੀ ਇਸ ਲੰਘੇ ਸੀਜ਼ਨ 'ਚ, 12 ਵਜੇ ਅਸੀਂ ਖਰੀਦ ਕਰਦੇ ਹਾਂ ਤੇ 4 ਵਜੇ ਕਿਸਾਨ ਦੇ ਖਾਤੇ 'ਚ ਪੈਸੇ ਪੈ ਜਾਂਦੇ ਆ ਗੁਰਭੇਜ ਸਿੰਘ ਦੇ। ਸੋ ਨਾ ਕੇਵਲ ਸਿੰਗਲ ਬਲਕਿ ਟੋਟਲ, ਔਰ ਮਤਲਬ ਇੱਕ ਵੀ ਪਾਸਿਓਂ ਕੋਈ ਰਿਜ਼ੈਂਟਮੈਂਟ ਕਿਸੇ ਮੰਡੀ 'ਚੋਂ ਕਿਸਾਨ ਵੱਲੋਂ ਨਹੀਂ ਆਈ। ਇਹ ਔਨ ਰਿਕਾਰਡ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਪਿੱਛੇ ਹੁੰਦਾ ਸੀ, ਗਾਂ ਇਹ ਹੁੰਦਾ ਸੀਗਾ। ਮੈਂ ਜਿਹੜਾ ਅਸੀਂ ਇੱਕ ਸਾਹਮਣੇ ਕੀਤਾ ਗ੍ਰਾਸ ਰੂਟ ਹੁੰਦਾ ਸੀ, ਕਿਉਂਕਿ ਤੁਸੀਂ ਮੈਂ ਸਵਾਲ ਇਸ ਲਈ ਪੁੱਛ ਰਿਹਾ ਕਿ ਤੁਸੀਂ, ਜੇ ਮੈਂ ਗਲਤ ਨਹੀਂ ਹਾਂ ਤਾਂ 24-25 ਸਾਲ ਤੋਂ ਪਿੰਡ ਦੀ ਨੁਮਾਇੰਦਗੀ ਕੀਤੀ, ਸਰਪੰਚ ਰਹੇ ਹੋ। ਸੋ ਕਿਉਂਕਿ ਫਿਰ ਤੁਸੀਂ ਜ਼ਿਆਦਾ ਵਾਬਸਤਾ ਹੁੰਦੇ ਹੋ ਇਹਨਾਂ ਚੀਜ਼ਾਂ ਨਾਲ।
ਸੋ ਇਹਨਾਂ ਮੁਸ਼ਕਲਾਂ ਨੂੰ ਫੇਸ ਕਰਦੇ ਰਹੇ ਹੋ? ਹਾਂ ਲਾਜ਼ਮੀ। ਅਸੀਂ ਤਾਂ ਸਗੋਂ ਕਿਸਾਨਾਂ ਦੇ ਨਾਲ ਹੁੰਦੇ ਹਾਂ। ਜਦੋਂ ਫਸਲ ਨਹੀਂ ਚੱਕੀ ਜਾਣੀ, ਬਾਰਦਾਨਾ ਨਹੀਂ ਮਿਲਣਾ ਜੀ, ਫਿਰ ਪੇਮੈਂਟ ਨਹੀਂ ਮਿਲਣੀ ਜੀ, ਫਿਰ ਚਲੋ ਜਾਮ ਲਾਈਏ ਜੀ, ਚਲੋ ਜੀ ਮੁਜ਼ਾਹਰਾ ਕਰੀਏ ਜੀ, ਇਦਾਂ। ਸੋ ਅਸੀਂ ਉਸ ਕਿਸਾਨ ਮਜ਼ਦੂਰ ਅੰਦੋਲਨ ਚ ਰਹੇ ਹਾਂ। ਤੁਸੀਂ ਉਸ ਬੈਕਗ੍ਰਾਉਂਡ ਤੋਂ ਇਹ ਵੱਡੀ ਜ਼ਿੰਮੇਵਾਰੀ ਤੇ ਆ ਜਾਂਦੇ ਹੋ, ਫਿਰ ਚੈਲੰਜਸ ਵੀ ਉਹਨੇ ਜ਼ਿਆਦਾ ਵੱਧ ਜਾਂਦੇ ਨੇ ਕਿ ਤੁਸੀਂ ਇੱਕ ਸਰਪੰਚ ਤੋਂ ਜੇ ਮਿਨਿਸਟਰ ਫੂਡ ਸਪਲਾਈ ਬਣੇ ਤਾਂ ਫਿਰ ਤੁਹਾਡੇ ਤੋਂ ਬਿਹਤਰ ਮੁਸ਼ਕਲਾਂ ਕੌਣ ਸਮਝ ਸਕਦਾ ਜੇ ਤੁਸੀਂ 25 ਸਾਲ ਤੋਂ ਪਿੰਡ ਦੀ ਨੁਮਾਇੰਦਗੀ ਕੀਤੀ ਹੈ ਜੀ। ਨਹੀਂ, ਹਰ ਘੜੀ ਬੰਦੇ ਸਾਹਮਣੇ ਕੋਈ ਨਾ ਕੋਈ ਚੁਣੌਤੀ ਰਹਿੰਦੀ ਹੈ, ਬੰਦਾ ਹਰ ਵੇਲੇ ਸਿੱਖਦਾ ਆ। ਮੈਂ ਐਜ਼ ਏ ਮੰਤਰੀ ਪਿਛਲੇ ਲੰਘੇ ਜਿਹੜਾ ਝੋਨੇ ਦਾ ਸੀਜ਼ਨ ਲੰਘਿਆ ਜੀ, ਮੈਂ ਪੰਜਾਬ ਦੇ 21 ਜ਼ਿਲ੍ਹਿਆਂ 'ਚ ਵਿਜ਼ਿਟ ਕੀਤੀ ਹੈ। ਔਰ ਮੈਨੂੰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਵੀ ਤੁਸੀਂ ਪਹਿਲੇ ਮੰਤਰੀ ਹੋ ਜਿਹੜੇ 21 ਜ਼ਿਲ੍ਹਿਆਂ 'ਚ ਗਏ ਹੋ, ਨਹੀਂ ਤਾਂ ਇਨੈਗੂਰੇਸ਼ਨ ਕੀਤੀ, ਆਪਣਾ ਕੰਮ ਮਤਲਬ ਲਾਂਭੇ ਹੋਇਆ। ਸੋ ਮੈਂ ਮੰਡੀ 'ਚ ਜਾ ਕੇ ਕਿਸਾਨਾਂ ਨੂੰ ਮਿਲਿਆ, ਮਜ਼ਦੂਰਾਂ ਨੂੰ ਮਿਲਿਆ, ਆੜ੍ਹਤੀਆਂ ਨੂੰ ਮਿਲਦਾ ਰਿਹਾ, ਕੱਲੇ ਬੰਦੇ ਨੂੰ ਮਿਲਦਾ ਰਿਹਾ, ਤੁਹਾਡੀ ਕੋਈ ਮੁਸ਼ਕਲ। ਔਰ ਅਸੀਂ ਇਸ ਸਮੇਂ ਦੇ ਦੌਰਾਨ ਨਾ ਕੇਵਲ ਫਸਲ ਚੱਕੀ ਹੈ ਜੀ, ਪੈਸੇ ਵੀ ਇਨ ਟਾਈਮ ਉਹਨਾਂ ਦੇ ਖਾਤਿਆਂ 'ਚ ਡਿਲੀਵਰ ਕੀਤੇ ਆ। ਔਰ ਅਸੀਂ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਇਸ ਵਾਰ ਜਿਹੜਾ ਆ ਉਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਮਤਲਬ ਦਵਾਈਆਂ ਦਾ ਵੀ ਫਸਟ ਏਡ ਜਿਹਨੂੰ ਆਪਾਂ ਕਹਿੰਦੇ ਆ ਜੀ, ਉਹ ਵੀ ਅਸੀਂ ਮੰਡੀਆਂ 'ਚ ਸ਼ੁਰੂ ਕੀਤਾ ਕਾਫੀਆਂ 'ਚ। ਮਤਲਬ ਜੇ ਕੋਈ ਬਿਮਾਰ ਹੈ, ਅਦਰਵਾਈਜ਼ ਤਾਂ ਹੁੰਦਾ ਹੀ ਨਹੀਂ, ਕੌਣ ਪੁੱਛਦਾ ਉੱਤੇ, ਨਾ ਕੋਈ ਮਜ਼ਦੂਰ ਨੂੰ ਪੁੱਛਦਾ, ਨਾ ਕਿਸਾਨ ਨੂੰ ਪੁੱਛਦਾ। ਤਾਂ ਅਸੀਂ ਕਾਫੀ ਮੰਡੀਆਂ ਦੇ ਵਿੱਚ ਐਰਕਾ ਵੀ ਮਤਲਬ ਸ਼ੁਰੂਆਤ ਕੀਤਾ। ਸੋ ਮੈਨੂੰ ਖੁਸ਼ੀ ਆ ਵੀ ਇਸ ਦੋਵੇਂ ਸੀਜ਼ਨ, ਪਿਛਲਾ ਪੈਡੀ ਦਾ ਜਿਹੜਾ ਲੰਘਿਆ ਤੇ ਜਿਹੜਾ ਵੀਟ ਦਾ ਵੀ ਲੰਘਿਆ, ਇੱਕ ਵੀ ਪਾਸਿਓਂ ਕਿਸਾਨ ਦੀਆਂ ਮਤਲਬ ਜਿਹੜੀਆਂ ਕਿਤੇ ਸਾਨੂੰ ਚਿੰਤਾਵਾਂ ਜਾਂ ਕੋਈ ਫੋਨ ਆਇਆ ਹੋਵੇ ਉਹ ਅਸੀਂ ਮਤਲਬ ਮੈਂ ਕਹਿ ਸਕਦਾ ਵੀ ਸਫਲ ਰਿਹਾ ਸਾਡਾ ਇਸ ਸੀਜ਼ਨ। ਖਾਸ ਤੌਰ ਤੇ ਕਣਕ ਤੇ ਝੋਨੇ ਦਾ। ਕਣਕ ਦੇ ਲਈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕਣਕ ਦੀ ਟਾਈਮ ਬਹੁਤੀ ਕੋਈ ਦਿੱਕਤ ਆਉਂਦੀ ਨਹੀਂ, ਝੋਨੇ ਦੀ ਟਾਈਮ ਬਹੁਤ ਕਿਸਾਨ ਮੰਡੀਆਂ ਦੇ ਵਿੱਚ ਖੱਜਲ ਖੁਆਰ ਹੁੰਦੇ ਨੇ। ਪਰ ਮੇਰਾ ਨੈਕਸਟ ਸਵਾਲ ਇਹ ਹੈ ਕਟਾਰੂ ਚੱਕ ਜੀ ਕਿ ਸੈਂਟਰ ਦੀ ਸਰਕਾਰ ਦਾ ਕਿੰਨਾ ਸਹਿਯੋਗ ਮਿਲਿਆ? ਇੱਕ ਵੱਡਾ ਮੇਜਰ ਪਾਰਟ ਉਹਨਾਂ ਦਾ, ਉਹ ਤੁਸੀਂ ਸਮਝਦੇ ਹੋ ਕਿ CCL ਦੀ ਲਿਮਿਟ ਉੱਥੋਂ ਆਉਂਦੀ ਹੈ, ਪੈਸਾ ਉੱਥੋਂ ਆਉਂਦਾ ਹੈ, MSP ਦਿੱਤਾ ਜਾਂਦਾ ਹੈ। ਇੱਕ ਸਾਲ ਦੇ ਵਿੱਚ ਉਸ ਲੈਵਲ ਦੇ ਉੱਤੇ ਕਿਹੜੀਆਂ ਚੁਣੌਤੀਆਂ ਨੇ ਤੁਹਾਡੇ ਸਾਹਮਣੇ? ਰੂਰਲ ਡਿਵੈਲਪਮੈਂਟ ਫੰਡ ਮਤਲਬ ਵਿੱਚ ਮੁਸ਼ਕਲਾਂ ਆਉਂਦੀਆਂ ਰਹੀਆਂ ਨੇ। ਜੇ ਆਪਾਂ ਥੋੜਾ ਜਿਹਾ ਬਹੁਤਾ ਨਹੀਂ ਕੰਮ ਤਾਂ ਥੋੜਾ ਜਿਹਾ ਟਕਰਾ ਕਿਤੇ ਨਾ ਕਿਤੇ ਵਿਦਨ ਡਿਪਾਰਟਮੈਂਟ ਉਹਨਾਂ ਨਾਲ ਸਾਡਾ ਚੱਲਦਾ ਰਿਹਾ, ਪਰ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਸਿਰੇ ਲਾਉਂਦੇ ਰਹੇ ਹਾਂ। ਸੋ CCL ਟਾਈਮ ਸਿਰ ਸਾਨੂੰ ਮਿਲ ਜਾਵੇ, ਸਾਡੀ ਇਹੀ ਹੁੰਦਾ। ਉਹ ਲਗਭਗ ਸਾਡਾ ਠੀਕ ਰਿਹਾ। ਮਤਲਬ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਬੈਟਰ ਸੰਬੰਧ ਰਹੇ ਆ। ਫਿਰ ਵੀ ਕਿਤੇ ਗੁੰਜਾਇਸ਼ ਬਣਦੀ ਰਹੀ ਹੈ ਵੀ ਅਸੀਂ ਗੱਲ ਕਰੀਏ, ਜਿਸ ਤਰ੍ਹਾਂ ਹੁਣ RDF ਦਾ ਸਵਾਲ ਹੈਗਾ ਆ, ਬਿਲਕੁਲ, ਜਾਂ ਉਹਨਾਂ ਨੇ 1% 2% ਦੀ ਥਾਂ 1% ਕਰ ਦਿੱਤਾ ਪੰਜਾਬ ਦਾ, ਜਿਹੜਾ ਉਹ ਮੰਡੀ ਫੀਸ ਘਟਾਈ ਆ। ਸੋ ਇਹ ਲਗਾਤਾਰ ਸਰਕਾਰ ਵੀ ਵਰਕ ਕਰ ਰਹੀ ਹੈ, ਮਾਨ ਸਾਹਿਬ ਵੀ ਕਰ ਰਹੇ ਆ। ਅਸੀਂ ਵੀ ਉਮੀਦ ਕਰਦੇ ਹਾਂ ਵੀ ਪੰਜਾਬ ਨੂੰ ਉਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਵੀ ਪੰਜਾਬ ਦੀ ਕੰਟਰੀਬਿਊਸ਼ਨ ਕਿੰਨੀ ਵੱਡੀ ਹੈ ਕੇਂਦਰੀ ਪੂਲ ਦੇ ਅੰਦਰ। ਜਨਰਲ ਟੋਟੈਲਿਟੀ 'ਚ ਤੁਸੀਂ ਦੇਖ ਲਓ, ਪੰਜਾਬ ਦਾ ਫਰੀडम ਮੂਵਮੈਂਟ ਦੇ ਅੰਦਰ, ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੇਸ਼ ਦੀ ਮਤਲਬ ਕਾਇਆ ਕਲਟ ਕਰਨ ਦੇ ਵਿੱਚ ਕਿੰਨੀ ਵੱਡੀ ਭੂਮਿਕਾ ਆ। ਅੱਜ ਵੀ ਪੰਜਾਬੀ ਸਰਕਾਰ ਸ਼ੁਰੂ ਤੋਂ ਆਪਾਂ ਨੂੰ ਬ੍ਰੈਡ ਬਾਸਕਟ ਆਫ ਇੰਡੀਆ ਕਹਿੰਦੇ ਆਏ ਆ ਕਿ ਇੰਡੀਆ ਇੱਕ ਬਹੁਤ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਪੰਜਾਬ ਦਾ ਅਨਾਜ ਦਾ ਭੰਡਾਰ ਕਰਨ ਦੇ ਵਿੱਚ ਹੈ। ਮੈਂ ਸੈਂਟਰ ਵਾਲਾ ਪੁੱਛਿਆ, ਪਰ ਆਮ ਤੌਰ ਤੇ ਰਸਮੀ ਜਿਹੜੀ ਸ਼ੁਰੂਆਤ ਹੁੰਦੀ ਹੈ ਕਣਕ ਦੀ ਖਰੀਦ ਦੀ, ਉਹ 1 ਅਪ੍ਰੈਲ ਤੋਂ ਆਪਾਂ ਸ਼ੁਰੂ ਕਰ ਦਿੰਦੇ ਹਾਂ। ਇਸ ਵਾਰ ਤੁਹਾਡੇ ਕੋਲ ਕੀ ਤਿਆਰੀਆਂ? ਮੈਂ ਇਸ ਦੇ ਨਾਲ ਹੀ ਸਵਾਲ ਇਸ ਕਰਕੇ ਵੀ ਪੁੱਛ ਰਿਹਾ ਕਿਉਂਕਿ ਗਰਮੀ ਜ਼ਿਆਦਾ ਪਈ ਹੈ, ਕਹਿੰਦੇ ਝਾੜ ਇਸ ਵਾਰ ਘੱਟ ਹੋ ਸਕਦਾ ਹੈ, ਜਿਹੜਾ ਦਾਣਾ ਹੈ ਉਹ ਵੀ ਕਾਲਾ ਪੈ ਸਕਦਾ ਹੈ ਜਾਂ ਮਰਿਆ ਹੋਇਆ ਦਾਣਾ ਹੋ ਸਕਦਾ ਹੈ। ਉਸ ਦੇ ਲਈ ਕੀ ਪਲੈਨਿੰਗ ਹੈ? ਇੱਕ ਤਾਂ ਇਹਦੇ ਲਈ ਕਿਉਂਕਿ ਪੂਰੀ ਦੁਨੀਆ ਦੇ ਅੰਦਰ ਜਿਹੜਾ ਕਲਾਈਮੇਟ ਚੇਂਜ ਹੋ ਰਹੀ ਹੈ, ਅਸੀਂ ਉਹ ਤੋਂ ਵਾਂਝੇ ਨਹੀਂ ਰਹਿ ਸਕਦੇ, ਪੰਜਾਬ ਵਾਂਝਾ ਨਹੀਂ ਰਹਿ ਸਕਦਾ। ਪੰਜਾਬ ਦੀ ਸਰਜ਼ਮੀ ਤੇ ਚਾਹੇ ਉਹ ਬੂਟੇ ਨੇ, ਚਾਹੇ ਜਾਨਵਰ ਨੇ, ਚਾਹੇ ਮਨੁੱਖ ਆ, ਚਾਹੇ ਹਰ ਚੀਜ਼ ਤੇ ਉਹਦਾ ਮਤਲਬ ਅਸਰ ਹੈਗਾ ਆ। ਤੇ ਪਿਛਲੇ ਸਾਲ ਵੀ ਪਿਆ ਸੀ, ਪਿਛਲੇ ਸਾਲ ਵੀ ਲਾਸਟ ਦਿਨਾਂ 'ਚ ਗਰਮੀ ਜ਼ਿਆਦਾ ਹੋਣ ਕਰਕੇ ਤਾਂ ਸੇਮ ਪੋਜੀਸ਼ਨ ਇਸ ਵਾਰ ਵੀ ਨਜ਼ਰ ਆ ਰਹੀ ਹੈ। ਸੋ ਉਹਦੇ ਲਈ ਬਾਰਿਸ਼ ਹੀ ਨਹੀਂ ਹੋਈ, ਬਹੁਤ ਦਿੱਕਤ ਰਹੀ ਹੈ। ਫਰਵਰੀ ਮਹੀਨਾ ਪੂਰਾ ਇੱਕ ਮੀਂਹ ਨਹੀਂ ਪਿਆ ਚੰਗੀ ਤਰ੍ਹਾਂ ਪੰਜਾਬ 'ਚ। ਨਹੀਂ, ਕਣਕ ਕੰਪੈਰੀਟਿਵਲੀ ਠੀਕ ਹੈ, ਅੱਜ ਦੀ ਡੇਟ ਤੱਕ ਠੀਕ ਹੈ। ਆਉਣ ਵਾਲੇ ਦਿਨਾਂ 'ਚ ਕੋਈ ਇਹਦਾ ਕੋਈ ਅਸਰ ਨਾ ਪਵੇ ਲੂ ਦਾ ਜਾਂ ਜ਼ਿਆਦਾ ਗਰਮੀ ਦਾ, ਉਹ ਮੈਂ ਕਹਿ ਨਹੀਂ ਸਕਦਾ। ਪਰ ਵਿਭਾਗ ਵੱਲੋਂ ਤਿਆਰੀਆਂ ਪੂਰੀਆਂ ਨੇ। ਅਸੀਂ 1 ਅਪ੍ਰੈਲ ਤੋਂ ਹਰ ਸਾਲ ਕਰਦੇ ਹਾਂ। ਇਸ ਵਾਰ ਵੀ ਅਸੀਂ ਟੋਟਲ ਪ੍ਰਬੰਧ ਕੀਤੇ ਆ। ਸਾਡੇ ਅਧਿਕਾਰੀ ਸਾਹਿਬਾਨ, ਸਾਡੇ ਮੁਲਾਜ਼ਮ, ਉਹਨਾਂ ਨੂੰ ਡਿਪਿਊਟ ਕੀਤਾ ਗਿਆ, ਥੱਲੇ ਡਿਊਟੀਆਂ ਮਤਲਬ ਵੰਡ ਦਿੱਤੀਆਂ ਗਈਆਂ ਆਪਾਂ। ਸੋ ਵਧੀਆ ਸੋਹਣਾ ਸੀਜ਼ਨ ਕਰਾਂਗੇ। ਮੈਂ ਅੱਜ ਜ਼ਰੂਰ ਇਹ ਪੰਜਾਬ ਦੇ ਕਿਸਾਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ, ਚੰਗੀ ਤਰ੍ਹਾਂ ਫਸਲ ਨਿਵਾ ਕੇ ਲਿਆਓ। ਪੰਜਾਬ ਦੀ ਸਰਕਾਰ ਤੁਹਾਡੇ ਨਾਲ ਫਸਲ ਚੱਕਣ। ਜੇ ਬਹੁਤ ਜ਼ਿਆਦਾ ਟੈਕਨੀਕਲ ਅਸੀਂ ਡੀਪਲੀ ਨਾ ਵੀ ਜਾਈਏ, ਜਿੰਨੀ ਕੁ ਅਸੀਂ
ਮਤਲਬ ਐਜ਼ ਏ ਜਰਨਲਿਸਟ ਜਾਣਕਾਰੀ ਰੱਖਦੇ ਹਾਂ ਤਾਂ ਮੋਟੇ ਤੌਰ ਤੇ ਜੇ ਡਿਲੇ ਹੁੰਦੀ ਹੈ ਜਾਂ ਕੋਈ ਮੁਸ਼ਕਲਾਂ ਆਉਂਦੀਆਂ ਪਿਛਲੇ ਸਮੇਂ ਦੇ ਵਿੱਚ ਜਿੰਨਾ ਕੁ ਅਸੀਂ ਕਵਰੇਜ ਕਰਦੇ ਰਹੇ ਹਾਂ, ਕਦੇ ਟਰਾਂਸਪੋਰਟ ਟੈਂਡਰ ਨੂੰ ਲੈ ਕੇ, ਕਦੇ ਲੇਬਰ ਟੈਂਡਰ ਨੂੰ ਲੈ ਕੇ, ਕਦੇ ਬਾਰਦਾਨੇ ਨੂੰ ਲੈ ਕੇ, ਇਹ ਜ਼ਿਆਦਾ ਵੱਡੇ ਚੈਲੰਜ ਬਣਦੇ ਰਹੇ ਆ ਔਰ ਉਹ ਫਿਰ ਉੱਥੋਂ ਸ਼ੁਰੂ ਹੁੰਦੀ ਖੱਜਲ ਖੁਆਰੀ ਅੱਗੇ ਪਰਚੇਜ਼ ਤੱਕ ਜਾਂਦੀ ਹੈ, ਫਿਰ ਪੇਮੈਂਟ ਤੱਕ ਜਾਂਦੀ ਹੈ। ਸੋ ਤੁਸੀਂ ਇਹਨਾਂ ਚੀਜ਼ਾਂ ਨੂੰ 1 ਸਾਲ ਦੇ ਵਿੱਚ ਬੈਲੈਂਸ ਕਰ ਪਾਏ ਹੋ ਕਿ ਕਈ ਵਾਰੀ ਐਸੇ ਇੰਸਟਾਂਸ ਵੀ ਹੋਏ ਨੇ ਕਿ ਉਧਰ ਖਰੀਦ ਸ਼ੁਰੂ ਹੋ ਗਈ ਤੇ ਇਧਰ ਟਰਾਂਸਪੋਰਟ ਦੇ ਟੈਂਡਰ ਹੀ ਨਹੀਂ ਹੋਏ, ਜੇ ਮੈਂ ਗਲਤ ਨਹੀਂ ਹਾਂ ਤਾਂ? ਨਹੀਂ, ਬਿਲਕੁਲ ਬਹੁਤ ਤੁਹਾਡਾ ਮੇਜਰ ਸਵਾਲ ਹੈਗਾ। ਪ੍ਰੋਕਿਉਰਮੈਂਟ ਨੂੰ ਲੈ ਕੇ ਖਾਸ ਕਰਕੇ 2-3 ਚੀਜ਼ਾਂ ਦੀ ਤਾਂ ਹਮੇਸ਼ਾ ਹੀ ਅਲਰਟ ਰਹਿਣੇ ਪੈਂਦਾ। ਸੋ ਸਾਡੇ ਕੋਲ ਕਿਉਂਕਿ ਵਾਰਦਾਨਾ ਆਲਰੇਡੀ ਪਿਆ ਸਾਡੇ ਕੋਲ, ਬਾਕੀ ਆ ਜਾਣਾ, ਸਾਨੂੰ ਕੋਈ ਪ੍ਰੋਬਲਮ ਨਹੀਂ। ਔਰ ਜਿਹੜਾ ਇੱਥੋਂ ਤੱਕ ਪਾਲਿਸੀ ਦਾ ਸਵਾਲ ਹੈ, ਤੁਸੀਂ ਜ਼ਿਕਰ ਕੀਤਾ ਮਿਲਿੰਗ ਪਾਲਿਸੀ ਦਾ, ਸਾਨੂੰ ਖੁਸ਼ੀ ਹੈ ਵੀ ਅਸੀਂ 2-3 ਬੜੀਆਂ ਸਾਇੰਟੀਫਿਕ ਚੇਂਜਸ ਕੀਤੀਆਂ ਨੇ ਜੀ, ਖਾਸ ਕਰਕੇ ਜਿਹੜੀ ਪੈਡੀ ਦੀ ਮਿਲਕ ਪਾਲਿਸੀ ਹੈ ਉਹਦੇ ਲਈ ਜਿਹੜੇ ਵਿੱਚ ਮਤਲਬ ਜਿਹੜੇ ਇੱਕ ਖਰਾਬੀਆਂ ਕਰਨ ਵਾਲੇ ਚਾਂਸਸ ਬਣਦੇ ਆ, ਠੀਕ ਹੈ, ਉਹ ਨਕੂਨੇ ਅਸੀਂ ਲਾਏ ਆ। ਕਿਉਂਕਿ ਰੇਟ ਨੂੰ ਲੈ ਕੇ ਸ਼ਾਇਦ ਕੁਝ ਪੰਗਾ ਪੈਂਦਾ ਸੀ ਕਿ ਸੈਂਟਰ ਘੱਟ ਦਿੰਦਾ, ਸਾਡੇ ਜ਼ਿਆਦਾ ਨੇ, ਇਸ ਤਰੀਕੇ ਦੇ ਕੁਝ ਇਸ਼ੂਸ। ਰੇਟ ਦਾ ਇਸ਼ੂ ਤੇ ਹੈਗਾ ਆ, ਇੱਕ ਇਹਦੇ ਵਿੱਚ ਇਹ ਹੈਗਾ ਆ ਵੀ ਜਿਹੜੀ ਸਾਡੀ ਜਿਹੜੇ ਮੰਗੋਰੇ ਆ ਵਿੱਚ, ਮੈਂ ਬੜਾ ਕਲੀਅਰ ਕਹਿਣਾ ਚਾਹਾਂ, ਲੂਪ ਹੋਲਸ, ਚੋਰ ਮੋਰੀਆਂ, ਇਹ ਚੋਰ ਮੋਰੀਆਂ ਅਸੀਂ ਬੰਦ ਕੀਤੀਆਂ ਨੇ। ਮਿਸਾਲ ਦੇ ਤੌਰ ਤੇ ਅਸੀਂ ਮਿਲਿੰਗ ਪਾਲਿਸੀ ਦੇ ਲਈ ਜਦੋਂ ਆਪਾਂ ਚੌਲ ਬਣਾਉਂਦੇ ਆ ਤਾਂ ਉਹਦੇ ਲਈ ਅਸੀਂ ਜੋੜ ਦਿੱਤਾ ਵੀ ਉਹ ਕਿੰਨੇ ਚੌਲ ਪੈਦਾ ਕਰ ਰਿਹਾ, ਕਿੰਨੇ ਚੌਲ ਬਣਾ ਰਿਹਾ, ਉਹਦੇ ਰਿਕਾਰਡਿੰਗ ਉਹਨੂੰ ਇੰਨੀ ਬਿਜਲੀ ਫੂਕਣੀ ਚਾਹੀਦੀ ਸੀਗੀ, ਠੀਕ ਹੈ। ਤੋ ਅਸੀਂ ਉਹਦਾ ਜਿਹੜਾ ਆ ਮਤਲਬ ਮਿੱਲ ਨੂੰ ਉਹਦੇ ਬਿਜਲੀ ਮੀਟਰ ਨੂੰ ਜੋੜ ਦਿੱਤਾ ਉਹਦੇ ਨਾਲ, ਠੀਕ ਹੈ। ਹੁਣ ਉਹ ਪਤਾ ਲੱਗ ਜੂਗਾ ਵੀ ਜੇ ਤੁਸੀਂ 100 ਯੂਨਿਟ ਬਿਜਲੀ ਦਾ ਫੂਕਿਆ ਤੇ ਤੁਹਾਡੇ ਚੌਲ ਇੰਨੇ ਬਣਨੇ ਚਾਹੀਦੇ ਸੀਗੇ ਪਰ ਤੁਹਾਡੇ ਜ਼ਿਆਦਾ ਬਣੇ ਆ, ਜਦੋਂ ਪਤਾ ਲੱਗ ਜੂਗਾ ਵੀ ਇਹ ਗੜਬੜੀ ਹੈ, ਕੋਈ ਇਹ ਕਿੱਥੋਂ ਆਏ। ਔਰ ਚੰਗੀ ਗੱਲ ਇਹ ਹੈ ਵੀ ਸਾਡੀ ਆਲ ਇੰਡੀਆ ਮੀਟਿੰਗ ਦੇ ਅੰਦਰ ਯੂਨੀਅਨ ਮਿਨਿਸਟਰ ਜੀ ਉਹਨਾਂ ਨੇ ਵੀ ਪੰਜਾਬ ਦੀ ਮਿਲਿੰਗ ਪਾਲਿਸੀ ਨੂੰ ਐਪਰੀਸ਼ੀਏਟ ਕੀਤਾ, ਬਲਕਿ ਮੈਂ ਵੀ ਮੌਜੂਦ ਸੀਗਾ, ਜਿਹੜੇ ਉੱਥੇ ਬਾਕੀ ਸਟੇਟਾਂ ਦੇ ਫੂਡ ਸਪਲਾਈ ਮਿਨਿਸਟਰ ਆਏ ਸੀਗੇ, ਵੱਡੇ ਅਫੀਸਰ ਆਏ ਸੀਗੇ, ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਪੰਜਾਬ ਤੋਂ ਸਿੱਖੋ, ਸੇਧ ਲਵੋ ਪੰਜਾਬ ਦੀ ਪਾਲਿਸੀ ਤੋਂ। ਸੋ ਕਾਫੀ ਕੁਝ ਅਸੀਂ ਜਿਹੜਾ ਬਾਹਰੋਂ ਆਉਂਦਾ ਸੀ ਤੁਸੀਂ ਉਹਦਾ ਜ਼ਿਕਰ ਕਰ ਰਹੇ ਹੋ ਕਿ ਨਹੀਂ? ਜੀ ਨਾਲ ਜਿਹੜਾ ਆਊਟ ਆਫ ਸਟੇਟ ਤੋਂ ਆਂਦਾ, ਜਿਹੜਾ ਇੱਥੇ ਲਿਆ ਕੇ ਵੱਧ ਰੇਟ ਤੇ ਵੇਚਿਆ ਜਾਂਦਾ, ਸੋ ਉਹਦੇ ਲਈ ਸਾਰਾ ਨਿਜ਼ਾਮ ਰਲਿਆ ਹੁੰਦਾ ਸੀਗਾ। ਉਹਦੇ ਲਈ ਮੈਂ ਕਲੀਅਰ ਕਹਿਣਾ ਚਾਹੁੰਦਾ, ਸਿਆਸੀ ਲੋਕ ਰਲੇ ਹੁੰਦੇ ਸੀਗੇ, ਅਫਸਰਸ਼ਾਹੀ ਰਲੀ ਹੁੰਦੀ ਸੀਗੀ, ਥੱਲੇ ਜਿਹੜਾ ਮਿਲਰ ਆ ਉਹ ਰਲਿਆ ਹੁੰਦਾ ਸੀਗਾ, ਤੋਂ ਪੰਜਾਬ ਦੇ ਕਿਸਾਨ ਨੂੰ ਉਹਦਾ ਨੁਕਸਾਨ ਹੁੰਦਾ ਸੀਗਾ। ਸੋ ਇਸ ਕਰਕੇ ਜਿਹੜੀ ਮਿਲਿੰਗ ਪਾਲਿਸੀ ਹੈ ਬੜਾ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਇਹਦੇ ਅੰਦਰ। ਸੋ ਇਹਨੂੰ ਅਸੀਂ ਬਹੁਤ ਵਧੀਆ ਕੀਤਾ, ਇਹਨੂੰ ਅਸੀਂ ਬਿਜਲੀ ਨਾਲ ਵੀ ਜੋੜਿਆ, ਇਹਨੂੰ ਅਸੀਂ ਮਤਲਬ ਜਿਹੜਾ ਆ ਉਹ ਜਦੋਂ ਤੁਸੀਂ ਮੰਡੀ ਚੋਂ ਲੈ ਕੇ ਜਾਣਾ ਜੀ ਤਾਂ ਤੁਹਾਨੂੰ 3 ਪਾਸ ਲੈਣੇ ਪੈਣਗੇ, ਠੀਕ ਹੈ। ਪਾਸ ਪਹਿਲੋਂ ਵੀ ਇੱਕ ਆਧਾ ਹੁੰਦਾ ਸੀਗਾ, ਲੇਕਿਨ ਉਹਨੂੰ ਕਈ ਤਰ੍ਹਾਂ ਦੀਆਂ ਉਹ 'ਚ ਗੜਬੜੀ ਤੁਸੀਂ ਦੇਖਿਆ, ਸੋ ਅਸੀਂ ਉਹਨੂੰ ਬੜਾ ਇੱਕ ਸਾਇੰਟੀਫਿਕ ਬੇਸ ਤੇ ਬਣਾਇਆ ਵੀ 3 ਪਾਸ ਜਿਹੜੇ ਆ ਉਹ। ਦੂਜਾ ਅਸੀਂ ਉਹਨਾਂ ਦੇ ਅੰਦਰ GPS ਸਿਸਟਮ ਫਿੱਟ ਕਰਾਇਆ ਉਹਨਾਂ ਦੇ ਵਹੀਕਲ 'ਚ, ਸਾਨੂੰ ਪਤਾ ਲੱਗ ਜੂਗਾ ਵੀ ਇਹ ਟਰੱਕ ਜਿਹੜਾ ਆ ਇਹ ਕਿਹੜੇ ਪਾਸੇ ਜਾ ਰਿਹਾ, ਔਰ ਹੈਵੀ ਟਰੱਕ ਕੇ ਕੁਝ ਹੋ ਰਹੀ ਹੈ, ਕਿਉਂਕਿ ਸਕੂਟਰ ਮੋਟਰਸਾਈਕਲਾਂ ਦੇ ਨੰਬਰ ਵੀ ਨਿਕਲੇ ਆਉਂਦੇ ਸੀ ਨਾ, ਬਹੁਤ ਵਾਰੀ ਨਿਕਲੇ ਨੇ। ਜੀ ਸੋ ਇਸ ਕਰਕੇ ਮਤਲਬ ਤੁਸੀਂ ਅਸ਼ੋਰ ਕਰਦੇ ਹੋ ਵੀ ਉਹ ਜੇ ਟਰੱਕ ਹੈ ਤਾਂ ਟਰੱਕ ਹੀ ਹੋਏਗਾ, ਸਕੂਟਰ ਮੋਟਰਸਾਈਕਲ ਤੇ ਝੋਨਾ ਜਾਂ ਕਣਕ ਨਹੀਂ ਢੋਈ ਜਾਏਗੀ। ਬਿਲਕੁਲ ਨਹੀਂ, ਹਰ ਅਸੀਂ ਹੋਰ ਚੇਂਜ ਕਰਤਾ ਜੀ। ਅਸੀਂ ਕਿਹਾ ਵੀ ਅਸੀਂ ਤੁਸੀਂ ਟੈਂਡਰ ਲਵੋ, 2 ਗੱਲਾਂ ਅਸੀਂ ਉਹ 'ਚ ਮਤਲਬ ਕੱਟੀਆਂ ਨੇ ਜੀ। ਇੱਕ ਤੇ ਪਹਿਲੋਂ ਇਹ ਸੀਗਾ ਵੀ ਇਹਦੇ 'ਚ ਐਕਸਪੀਰੀਅੰਸ ਦੀ ਸ਼ਰਤ ਹੁੰਦੀ ਸੀਗੀ, ਠੀਕ ਹੈ। ਇਹਦੇ 'ਚ ਕੀ ਐਕਸਪੀਰੀਅੰਸ ਹੈ, ਫਿਰ ਤੁਸੀਂ ਚੰਦ ਲੋਕ ਹੀ ਰਹੋਗੇ ਵੀ ਜਿੰਨਾ ਕੋਈ ਐਕਸਪੀਰੀਅੰਸ ਹੈਗਾ ਆ, ਇਹ ਮੋਨੋਪੋਲੀ ਅਸੀਂ ਤੋੜੀ ਹੈ, ਠੀਕ ਹੈ। ਅਸੀਂ ਕਿਹਾ ਵੀ ਨੋ ਐਕਸਪੀਰੀਅੰਸ, ਜਿਹੜਾ ਵੀ ਇਹ ਕੰਮ ਕਰਨਾ ਚਾਹੁੰਦਾ ਆ ਜੇ ਕਰ ਸਕਦਾ। ਸੋ ਅਸੀਂ ਮਤਲਬ ਇਹਦੇ ਨਾਲ ਜ਼ਿਆਦਾ ਲੋਕਾਂ ਨੂੰ ਇੱਕ ਤਾਂ ਕੰਮ ਮਿਲੂਗਾ, ਇੱਕ ਮੋਨੋਪੋਲੀ ਟੁੱਟੂਗੀ। ਸੋ ਨਾਲ ਅਸੀਂ ਕਿਹਾ ਵੀ ਤੁਸੀਂ ਇਹ ਤੁਹਾਡੀ ਲਾਇਬਿਲਿਟੀ ਹੈ, ਜ਼ਿੰਮੇਵਾਰੀ ਹੈ ਵੀ ਤੁਸੀਂ ਘੋੜੇ ਤੇ ਢੋਵੋ, ਤੁਸੀਂ ਟਾਂਗੇ ਤੇ ਢੋਵੋ, ਤੁਸੀਂ ਟਰੱਕ ਤੇ ਢੋਵੋ, ਠੀਕ ਹੈ। ਸਾਨੂੰ ਕੰਮ ਚਾਹੀਦਾ, ਅਸੀਂ ਕਹਿ ਦਈਏ ਵੀ ਤੁਸੀਂ ਆਹ ਚੀਜ਼ਾਂ ਮਤਲਬ ਸਾਨੂੰ ਦਿਓ, ਬਾਅਦ 'ਚ ਉਹੀ ਗੱਲ ਆ ਸਕੂਟਰਾਂ ਦੇ ਨੰਬਰ ਨਿਕਲਣ ਤੇ ਮੋਟਰਸਾਈਕਲਾਂ ਦੇ ਨਿਕਲਣ। ਸੋ ਸਾਨੂੰ ਕੰਮ ਚਾਹੀਦਾ। ਸੋ ਇਸ ਕਰਕੇ ਆਹ 3-4 ਚੇਂਜਸ ਜਿਹੜੀਆਂ ਮਿਲਰ ਪਾਲਿਸੀ 'ਚ ਅਸੀਂ ਕੀਤੀਆਂ ਨੇ, ਜਿਹਦਾ ਅਸਰ ਮਤਲਬ ਸਾਡੇ ਯੂਨੀਅਨ ਮਿਨਿਸਟਰ ਤੇ ਵੀ, ਔਰ ਉਹਨਾਂ ਨੇ ਓਪਨ ਮੀਟਿੰਗਸ ਕਿਹਾ ਕਿ ਪੰਜਾਬ ਤੋਂ ਸੇਧ ਲਓ। ਮੈਂ ਕਿਉਂਕਿ ਤੁਹਾਡੇ ਡਿਪਾਰਟਮੈਂਟ ਦੇ ਉੱਤੇ ਹੀ ਰਹਿਣਾ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ, ਕਿਉਂਕਿ ਟਰਾਂਸਪੋਰਟ ਦਾ ਬੜਾ ਜ਼ਿਕਰ ਹੋ ਰਿਹਾ, ਜਿਹੜੇ ਪਹਿਲਾਂ ਫੂਡ ਐਂਡ ਸਪਲਾਈ ਮੰਤਰੀ ਉਹ ਜੇਲ੍ਹ ਦੇ ਵਿੱਚ ਹੈ ਤੇ ਕਾਂਗਰਸ ਕਹਿੰਦੀ ਹੈ ਤੁਸੀਂ ਟੋਟਲੀ ਵੈਂਡੇਟਾ ਕਰ ਰਹੇ ਹੋ, ਕਿ ਕੁਝ ਐਸਾ ਹੋਇਆ ਹੀ ਨਹੀਂ, ਬਸ ਟੋਟਲੀ ਵੈਂਡੇਟਾ ਹੋ ਰਿਹਾ ਸਾਡੇ ਨਾਲ, ਕਿ ਬਦਲਾਖੋਰੀ ਦੀ ਸਿਆਸਤ ਕਰ ਰਹੇ ਹੋ। ਨਹੀਂ, ਮੈਂ ਤਾਂ ਇਹਦੇ 'ਚ ਇਹ ਕਹਿ ਸਕਦਾ ਵੀ ਦੇਖੋ ਬਹੁਤ ਕਲੀਨ ਲੋਕ ਨੇ, ਸਰਕਾਰਾਂ ਬਦਲਦੀਆਂ ਪਰ ਉਹਨਾਂ ਦੀ ਕ੍ਰੈਡੀਬਿਲਿਟੀ ਰਹਿੰਦੀ ਹੈ।
ਤੁਹਾਡੇ ਕੋਲ ਇੱਕ ਸਾਲ ਤੋਂ ਭਾਵੇਂ ਮੈਂ ਇਸ ਕਰਕੇ ਪੁੱਛ ਰਿਹਾ, ਇੱਕ ਸਾਲ ਤੋਂ ਡਿਪਾਰਟਮੈਂਟ ਤੁਹਾਨੂੰ ਲੱਗਦਾ ਕਿ ਗੜਬੜੀਆਂ ਹੋਈਆਂ, ਕਿ ਵੱਡੇ ਪੱਧਰ ਤੇ ਖਾਸ ਤੌਰ ਤੇ ਟਰਾਂਸਪੋਰਟ ਨੂੰ ਲੈ ਕੇ ਕੋਈ ਵੱਡੀਆਂ ਗੜਬੜੀਆਂ ਹੋਈਆਂ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਪਿਛਲੇ ਸਮੇਂ? ਲਾਜ਼ਮੀ ਹੋਈਆਂ। ਦੇਖੋ ਉਹਦੇ ਵਿੱਚ ਇੱਕ ਤਾਂ ਇਹ ਹੈ ਵੀ ਤੁਸੀਂ ਆਪਣੇ ਚਹੇਤੇ ਬੰਦਿਆਂ ਨੂੰ ਟੈਂਡਰ ਦਿੱਤੇ, ਜਿਹੜੇ ਅੱਜ ਟੈਂਡਰ ਵਾਲੇ ਵੀ ਜੇਲ੍ਹਾਂ 'ਚ ਨੇ, ਚਾਹੇ ਉਹ ਤੇਲੂ ਰਾਮ ਹੈ, ਚਾਹੇ ਕੋਈ ਹੋਰ ਆ, ਜੋ ਵੀ ਹੈਗਾ, ਕਿਤੇ ਨਾ ਕਿਤੇ ਗੜਬੜੀਆਂ ਨੇ। ਔਰ ਇਹ ਪੰਜਾਬ ਨਹੀਂ, ਦੀ ਤੁਸੀਂ ਚਹੇਤੇ ਨੂੰ ਡਿਫਾਈਨ ਕਿਵੇਂ ਕਰੋਗੇ ਕਿ ਇਹ ਚਹੇਤਾ ਹੈ? ਕੋਈ ਵੀ ਕੱਲ ਨੂੰ ਤੁਸੀਂ ਕਿਸੇ ਨੂੰ ਟੈਂਡਰ ਦੇਤਾ, ਉਹਨੂੰ ਕੋਈ ਵੀ ਕਹਿ ਦੇ ਕਿ ਤੁਹਾਡੇ ਚਹੇਤੇ ਨੇ। ਟੈਂਡਰ ਤੇ ਆਨਲਾਈਨ ਪ੍ਰਕਿਰਿਆ ਹੈ, ਜੇ ਮੈਂ ਗਲਤ ਨਹੀਂ ਨਹੀਂ, ਇਹਦੇ 'ਚ ਬਹੁਤ ਕੁਝ ਐਸਾ ਹੈਗਾ ਆ, ਕਿਉਂਕਿ ਮੈਂ ਵਿਭਾਗ ਚਲਾ ਰਿਹਾ। ਠੀਕ ਹੈ। ਤੇ ਇਸ ਸਾਲ ਦੇ ਪੀਰੀਅਡ ਦੇ ਦੌਰਾਨ ਬਹੁਤ ਕੁਝ ਦੇਖਿਆ। ਠੀਕ ਹੈ। ਕੋਈ ਮਤਲਬ ਬਹੁਤ ਨਕੂਨੇ ਆ, ਤੁਸੀਂ ਇਹ ਕਹਿਣ ਦੀਆਂ ਗੱਲਾਂ ਹੀ ਨੇ। ਸੋ ਇਸ ਕਰਕੇ ਅਸੀਂ ਕੱਲੀ ਗੱਲ ਤੇ ਮਤਲਬ ਜਿਹੜਾ ਫੋਕਸ ਕੀਤਾ ਵੀ ਇਹਨੂੰ ਰੋਕਿਆ ਜਾਵੇ, ਇੱਥੋਂ ਗੜਬੜ ਸ਼ੁਰੂ ਹੁੰਦੀ ਹੈ। ਸੋ ਇਸੇ ਕਰਕੇ ਅਸੀਂ ਉਹ ਜਿਹੜਾ ਆ ਐਕਸਪੀਰੀਅੰਸ ਵਾਲੀ ਸ਼ਰਤ ਹਟਾਈ। ਵਾਟ ਇਜ਼ ਦਾ ਐਕਸਪੀਰੀਅੰਸ? ਜਿਹੜਾ ਕੰਮ ਕਰਨਾ ਚਾਹੁੰਦਾ ਆਵੇ। ਇਹ ਕਿਹੜਾ ਅਲਜੈਬਰਾ ਪੜ੍ਹਨਾ ਜਿਹੜਾ ਐਕਸਪੀਰੀਅੰਸ ਸਪੈਸੀਫਿਕਲੀ ਟਰਾਂਸਪੋਰਟ ਨੂੰ ਕਹਿ ਰਹੇ ਹੋ ਕਿ ਹਾਂ ਠੀਕ ਹੈ, ਜਿਨ੍ਹਾਂ ਨੇ ਢੋਣਾ ਹੈ ਤਾਂ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੈਂਡਾਟਾ ਦੀ, ਦੇਖੋ ਮਤਲਬ ਕੋਈ ਵੈਂਡਾਟਾ ਨਹੀਂ। ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਸਾਡੀ ਕਮਿਟਮੈਂਟ ਹੈ। ਅਸੀਂ ਖਟਕੜ ਕਲਾਂ ਤੋਂ ਸਹੁੰ ਖਾ ਕੇ ਤੁਰੇ ਹਾਂ, ਔਰ ਅਸੀਂ ਨਿਸ਼ਚਾ ਕਰਕੇ ਤੁਰੇ ਹਾਂ, ਜਿਸ ਕਿਸੇ ਮਨੁੱਖ ਨੇ ਵੀ ਪੰਜਾਬ ਦੀ ਇਕਨੋਮੀ ਨਾਲ ਖਿਲਵਾੜ ਕੀਤਾ, ਚਾਹੇ ਮੇਰਾ ਡਿਪਾਰਟਮੈਂਟ ਹੈ, ਚਾਹੇ ਟਰਾਂਸਪੋਰਟ ਦਾ, ਚਾਹੇ ਕਿਸੇ ਹੋਰ ਹੈ, ਐਸ ਪਰ ਲਾ ਜੋ ਕਾਰਵਾਈ ਹੁੰਦੀ ਆ ਉਹ ਸਰਕਾਰ ਕਰਦੀ ਹੈ। ਬਹੁਤ ਸਾਰੇ ਅੱਛੇ ਲੋਕ ਵੀ ਨੇ ਜਿਹੜੇ ਕੰਮ ਕਰਕੇ ਗਿਆ, ਜਿਨ੍ਹਾਂ ਨੂੰ ਕਿਸੇ ਨੇ ਕੋਈ ਵੀ ਨਹੀਂ ਕਿਹਾ। ਸੋ ਕਿਉਂ ਇਹੀ ਲੋਕ ਮਤਲਬ ਫਸੇ ਆ? ਸੋ ਇਸ ਕਰਕੇ ਕਿਤੇ ਨਾ ਕਿਤੇ ਗੜਬੜੀਆਂ ਹੋਈਆਂ, ਜਿਹਦਾ ਤੁਸੀਂ ਜਿਹੜਾ ਮਿਲਿੰਗ ਪਾਲਿਸੀ ਦਾ ਜ਼ਿਕਰ ਕਰ ਰਹੇ ਹੋ ਜਾਂ ਟਰਾਂਸਪੋਰਟੇਸ਼ਨ ਦਾ ਜਿਸ ਲਿਹਾਜ਼ ਨਾਲ ਜ਼ਿਕਰ ਕਰ ਰਹੇ ਹੋ, ਦੋ ਚੀਜ਼ਾਂ ਹੁੰਦੀਆਂ ਮੇਨ, ਕਿ ਇੱਕ ਤੁਸੀਂ ਫੈਸਿਲਿਟੀਜ਼ ਕਿਸ ਤਰੀਕੇ ਦੀ ਦੇ ਰਹੇ ਹੋ ਕਿ ਪਬਲਿਕ ਨੂੰ ਜਾਂ ਮਿਲਰਸ ਨੂੰ ਕੋਈ ਦਿੱਕਤ ਨਾ ਆਵੇ, ਔਰ ਦੂਸਰਾ ਸਰਕਾਰ ਨੂੰ ਵੀ ਉਸ ਦਾ ਬੈਨੀਫਿਟ ਰੈਵਨਿਊ ਦੇ ਰੂਪ ਦੇ ਵਿੱਚ ਮਿਲੇ। ਕੀ ਤੁਹਾਡੀ ਇੱਕ ਸਾਲ ਦੇ ਵਿੱਚ ਰੈਵਨਿਊ ਜਨਰੇਸ਼ਨ ਜਿਹੜੀ ਹੈ ਐਕਸਪੈਂਡ ਹੋਈ ਹੈ? ਹਾਂ, ਨਹੀਂ, ਐਕਚੁਅਲੀ ਫੂਡ ਸਪਲਾਈ ਦੇ ਅੰਦਰ ਜਿਹੜਾ ਆ ਉਹ ਜ਼ਿਆਦਾ ਇਨਵੈਸਟਮੈਂਟ ਵਾਲਾ ਇਹ ਫੀਲਡ ਹੈਗਾ। ਇਹ ਤੇ ਅਸੀਂ ਲੋਕਾਂ ਨੂੰ ਰਾਸ਼ਨ ਦੇਣਾ ਹੁੰਦਾ, ਮਤਲਬ ਹੋਰ ਕਈ ਤਰ੍ਹਾਂ ਦੀਆਂ ਯੋਜਨਾਵਾਂ ਨੇ, ਲੇਕਿਨ ਇਹਦੇ ਬਾਵਜੂਦ ਵੀ ਸਾਡੇ ਇੱਕ 45 ਚੌਲ ਨੇ, ਮਤਲਬ ਜਿਹੜੇ ਮਤਲਬ 1 ਕੁਆਂਟਲ ਚੌਲਾਂ ਦੇ ਵਿੱਚ 1 ਕਿਲੋ ਪੈਂਦੇ ਆ। ਉਹ ਪਹਿਲਾਂ ਹੁੰਦਾ ਸੀਗਾ ਵੀ ਆਪਣੇ ਖਾਸ ਬੰਦਿਆਂ ਨੂੰ ਦੇ ਦਿਓ ਉਹ ਕੰਮ, ਅਸੀਂ ਉਹਨੂੰ ਟੈਂਡਰ ਪ੍ਰਕਿਰਿਆ 'ਚ ਲੈ ਕੇ ਆਏ। 100 ਕਰੋੜ ਰੁਪਈਏ ਦਾ ਪੰਜਾਬ ਸਰਕਾਰ ਨੂੰ, ਸਾਡੇ ਵਿਭਾਗ ਨੂੰ ਤਾਂ ਲਾਭ ਹੋਇਆ, 100 ਕਰੋੜ ਰੁਪਏ ਦਾ। ਸੋ ਸਾਡਾ ਇਹ ਹੈਗਾ ਵੀ ਜਿੰਨੀ ਵੀ ਕੋਈ ਬਚਤ ਵਿਭਾਗ ਦੁਆਰਾ ਕਰਕੇ ਸਰਕਾਰ ਨੂੰ ਦਿੱਤੀ ਜਾਂਦੀ ਆ, ਠੀਕ ਹੈ, ਉਹ ਮੈਕਸਿਮਮ ਦੇਣ ਦਾ ਯਤਨ ਕਰ ਰਹੇ ਆ। ਅੱਛਾ, ਤੁਸੀਂ ਪੀਡੀਐਸ ਸਕੀਮ ਦਾ ਜ਼ਿਕਰ ਕੀਤਾ, ਪਬਲਿਕ ਡਿਸਟ੍ਰੀਬਿਊਸ਼ਨ ਸਕੀਮ, ਰਾਸ਼ਨ ਵੰਡ, ਬਹੁਤ ਖਬਰਾਂ ਪਿਛਲੇ ਦਿਨੀ ਗੌਰਵ ਆਪਾਂ ਅਸੀਂ ਕੀਤੀਆਂ ਨੇ। ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੈ। ਕੋਈ ਕਹਿੰਦਾ ਸਾਨੂੰ ਸਾਡੇ ਕਾਰਡ ਕੱਟਤੇ ਜੀ, ਸਾਨੂੰ ਰਾਸ਼ਨ ਨਹੀਂ ਮਿਲ ਰਿਹਾ ਜੀ, ਲਾਈਨਾਂ ਲੱਗੀਆਂ ਡਿਪੂਆਂ ਤੇ। ਐਸੀਆਂ ਸਟੋਰੀਆਂ ਆਈਆਂ ਕਿ ਲੋਕ ਤੜਕੇ 3 ਵਜੇ ਤੋਂ ਲਾਈਨਾਂ ਦੇ ਵਿੱਚ ਲੱਗ ਗਏ। ਤੁਸੀਂ ਦੇਖੀਆਂ ਹੋਣਗੀਆਂ, ਅਸੀਂ ਨਿਊਜ਼ 18 ਤੇ ਦਿਖਾਈਆਂ ਬਹੁਤ। ਉਹ ਇੰਨਾ ਤਾਣਾ ਬਾਣਾ ਕਿਉਂ ਉਲਝ ਗਿਆ? ਨਹੀਂ, ਮੈਂ ਸਿਰਫ ਇਹਦੇ 'ਚ ਇਹੀ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ 2011 ਦੀ ਸੈਂਸਸ ਹੈ, 2011 ਦਾ ਜੀ, ਉਹਦੇ ਰਿਕਾਰਡਿੰਗ ਪੰਜਾਬ ਨੂੰ 1 ਕਰੋੜ 41 ਲੱਖ ਬੈਨੀਫਿਸ਼ਰ ਬਣਦੇ ਆ, ਠੀਕ ਹੈ, ਉਹ ਲੈ ਰਹੇ ਆ। ਅਸੀਂ ਇੱਕ ਸਾਡੇ ਤੇ ਦਬਾਅ ਸੀਗਾ ਵੀ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਲੋੜ ਨਹੀਂ, ਪਰ ਉਹ ਰਾਸ਼ਨ ਲੈ ਰਹੇ ਆ, ਉਹ ਲੈ ਰਿਹਾ ਰਾਸ਼ਨ। ਕਈ ਵਾਰ ਤੁਹਾਡੇ ਚੈਨਲਾਂ ਤੇ ਵੀ ਸੁਰਖੀਆਂ ਬਣਦੀਆਂ ਰਹੀਆਂ ਵੀ ਮਰਸੀਡੀਜ਼ ਦੇ ਵਿੱਚ ਬੰਦਾ ਕਣਕ ਲੈ ਕੇ ਜਾ ਰਿਹਾ ਹੈ ਨਾ, ਗੱਡੀਆਂ 'ਚ ਜਾ ਰਿਹਾ ਹੈ। ਉਹ ਖਬਰਾਂ ਸੱਚ ਵੀ ਸੀਗੀਆਂ, ਹੈ ਨਾ, ਬਣਨੀਆਂ ਵੀ ਚਾਹੀਦੀਆਂ ਨੇ। ਸੋ ਇਸ ਕਰਕੇ ਉਹ ਵੀ ਇੱਕ ਸਾਡੇ ਸਾਹਮਣੇ ਸੀਗਾ। ਅਸੀਂ ਇੱਕ ਪੜਤਾਲ ਦਾ, ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰਾਇਆ ਜੀ। ਸੋ ਉਹ ਮਤਲਬ ਉਹਦੇ ਅੰਦਰ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਤਾਂ ਦੇਖੋ ਅਯੋਗ ਨੇ, ਉਹਨਾਂ ਦੀ ਸਾਨੂੰ ਚਿੰਤਾ ਨਹੀਂ। ਠੀਕ ਹੈ, ਜਿਹੜੇ ਲੋਕ ਖਾਂਦੇ ਪਿੰਦੇ ਆ, ਇਹ ਯੋਜਨਾ ਅਸਲ 'ਚ ਗਰੀਬ ਲੋਕਾਂ ਲਈ ਆ, ਆਰਥਿਕ। ਲੇਕਿਨ ਜੇ ਕਿਤੇ ਗਰੀਬ ਬੰਦੇ ਦਾ ਕੋਈ ਕਾਰਡ ਕੱਟਿਆ ਗਿਆ, ਕਿਸੇ ਮੁਲਾਜ਼ਮ ਨੇ, ਕਿਸੇ ਅਫੀਸਰ ਨੇ ਮੰਦ ਭਾਵਨਾ ਦੇ ਨਾਲ ਕਿਸੇ ਦਵਾ ਤਲੇ ਕੱਟਿਆ, ਤੇ ਮੈਂ ਪਹਿਲੋਂ ਵੀ ਕਿਹਾ ਤੇ ਮੈਂ ਅੱਜ ਵੀ ਤੁਹਾਡੇ ਇਸ ਚੈਨਲ ਦੇ ਮਾਧਿਅਮ ਨਾਲ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਅਸੀਂ ਇੱਕ ਵੀ ਜਿਹੜਾ ਕਾਰਡ ਨਹੀਂ ਕੱਟਣ ਦੇਵਾਂਗੇ, ਉਹਦੀ ਰਾਖੀ ਕਰਾਂਗੇ, ਉਹਨੂੰ ਕੰਸੀਡਰ ਕਰਾਂਗੇ। ਠੀਕ ਹੈ, ਮੈਂ ਇੱਕ ਪ੍ਰੋਕਿਉਰਮੈਂਟ ਦੇ ਨਾਲ ਜੁੜਿਆ ਸਵਾਲ ਹੋਰ ਪੁੱਛਣਾ ਹੈ। ਆਪਾਂ ਵੀ ਕਣਕ ਝੋਨੇ ਦੇ ਵਿੱਚ ਹੀ ਫਸੇ ਰਹਿ ਗਏ, ਆਪਣੀਆਂ ਗੱਲਾਂ 'ਚ ਵੀ ਡਾਈਵਰਸਿਫਿਕੇਸ਼ਨ ਨਹੀਂ ਹੋਈ। ਪੰਜਾਬ ਦਾ ਮੇਜਰ ਫੀਲਡ ਹੈ ਜੀ। ਨਹੀਂ, ਠੀਕ ਹੈ, ਪਰ ਡਾਈਵਰਸਿਫਿਕੇਸ਼ਨ ਦਾ ਜ਼ਿਕਰ ਹੁੰਦਾ। ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਤੁਸੀਂ 7275 ਰੁਪਏ ਮੂੰਗੀ ਦੇ ਉੱਤੇ ਦੇਣ ਦਾ ਵਾਅਦਾ ਕੀਤਾ, ਪਰ ਜਿਹੜੀ ਪ੍ਰੋਕਿਉਰਮੈਂਟ ਹੈ ਮੂੰਗੀ ਦੀ, ਉਹ ਬਹੁਤ ਲਿਮਟਿਡ ਹੋਈ 7275 ਦੇ ਉੱਤੇ। ਪਿਛਲੀ ਵਾਰ ਕਰੀਬ 400 ਕਰੋੜ ਦਾ ਬਜਟ ਰੱਖਿਆ ਗਿਆ ਸੀ। ਇਸ ਵਾਰ ਦੇ ਬਜਟ ਦੀ ਮੈਂ ਗੱਲ ਕਰਾਂ, ਸਿੱਧੀ ਬਜਾਈ ਔਰ ਮੂੰਗੀ ਦੋਵਾਂ ਦੀ ਮਿਲਾ ਕੇ ਕਰੀਬ 125 ਕਰੋੜ ਦਾ ਬਜਟ ਰੱਖਿਆ ਗਿਆ।
ਕੀ ਪੋਸੀਬਲ ਹੋਏਗਾ ਕਿ ਜਿਹੜੇ ਇਸ ਵਾਰ ਮੂੰਗੀ ਲਗਾ ਰਹੇ ਨੇ ਜਾਂ ਲਗਾਉਣਗੇ ਤੇ ਉਹਨਾਂ ਨੂੰ MSP ਮਿਲੇ? ਦੇਖੋ ਪਹਿਲੀ ਗੱਲ ਤੇ ਇਹ ਹੈ ਵੀ ਡਿਵਰਸੀਫਿਕੇਸ਼ਨ ਦਾ ਬਹੁਤ ਵੱਡਾ ਇਸ ਵੇਲੇ ਪੰਜਾਬ ਨੂੰ ਲੋੜ ਹੈ। ਇਹ ਮਤਲਬ ਸਾਨੂੰ ਪੰਜਾਬ ਦੇ ਜਨਮਾਨਸ ਨੂੰ ਸਮਝਣ ਵਾਲਾ ਸਵਾਲ ਇਹ ਹੈਗਾ। ਜਿਹੜੀਆਂ ਚੁਣੌਤੀਆਂ ਨੇ ਪਾਣੀ ਦੀਆਂ, ਵਾਤਾਵਰਨ ਦੀ ਜਾਓ, ਸਾਡੇ ਲਈ ਜ਼ਰੂਰੀ ਹੈ ਜੀ। ਔਰ ਅਸੀਂ ਕਿਹਾ ਸੀਗਾ ਵੀ ਜਿੱਥੇ ਜੇ 7200 ਤੋਂ ਘੱਟ ਵਿਕੇਗੀ ਕਿਸੇ ਦੀ, ਉਹ ਸਰਕਾਰ ਭਰਪਾਈ ਕਰੇਗੀ। ਉਹ ਅਸੀਂ ਕੀਤੀ ਵੀ ਹੈ, ਉਹ ਕੀਤੀ। 1000 ਰੁਪਏ ਦਾ ਸੀਗਾ, ਤੁਹਾਡੇ ਵਿਰੋਧੀ ਨਹੀਂ ਮੰਨਦੇ, ਉਹ ਕਹਿੰਦੇ ਨਹੀਂ ਹੋਈ। ਦੱਸੋ ਕਿੱਥੇ ਹੋਈ ਹੈ? ਕਹਿੰਦੇ ਕਿਤੇ 4200 ਰੁਪਏ ਵਿਕ ਗਈ, ਕਿਤੇ 4500 ਵਿਕ ਗਈ, ਕਿਤੇ 5000 ਵਿਕ ਗਈ, ਕਿਸਾਨਾਂ ਨੂੰ ਪੈਸੇ ਨਹੀਂ ਪਹੁੰਚੇ। ਤੁਸੀਂ 7200 ਦਾ ਵਾਅਦਾ ਕੀਤਾ ਸੀ। ਨਹੀਂ, ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜਿਹੜੀ ਸਾਡੀ ਕਮਿਟਮੈਂਟ ਸੀਗੀ ਜੋ ਅਸੀਂ ਪਾਣਾ, ਉਹ ਅਸੀਂ ਆਪਣਾ ਹਿੱਸਾ ਪਾਇਆ। ਮਾਨਯੋਗ ਮੁੱਖ ਮੰਤਰੀ ਜੀ ਨੇ ਅਸੈਂਬਲੀ ਦੇ ਅੰਦਰ ਵੀ ਇਹਦਾ ਸਵਾਲ ਦਾ ਜਵਾਬ ਦਿੰਦੇ ਆ ਇਹ ਗੱਲ ਕਹੀ ਸੀਗੀ। ਸੋ ਇੱਕ ਅਸੀਂ ਨਵੀਂ ਫੀਲਡ 'ਚ ਜਾ ਰਹੇ ਹਾਂ, ਕੁਝ ਚੁਣੌਤੀਆਂ ਤੇ ਰਹਿਣਗੀਆਂ। ਤੁਸੀਂ ਮਤਲਬ ਸਾਰਾ ਕੁਝ ਜੇ ਆਪਾਂ ਸੋਚੀਏ ਵੀ ਇੱਕ ਸੀਜ਼ਨ 'ਚ ਇੱਕ ਯਕਦਮ ਹੋ ਜਾਊਗਾ, ਸਾਡੀ ਨੀਅਤ ਸਾਫ਼ ਹੈ। ਸਾਡੀ ਕ੍ਰੈਡੀਬਿਲਿਟੀ ਕਿ ਇਸ ਵਾਰ ਮੂੰਗੀ ਅਸੀਂ ਉਹ 1000 ਰੁਪਏ ਦਾ ਵਾਅਦਾ ਪੂਰਾ ਕੀਤਾ। ਅਦਰਵਾਈਜ਼ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਦਾ ਬੜਾ ਇਹ ਮਜ਼ਬੂਤ ਸਮਝਦਾਰੀ ਹੈ, ਬੜੀ ਰੋਸ਼ਨ ਸਮਝਦਾਰੀ ਹੈ ਵੀ ਅਸੀਂ ਵਿਭਿੰਨਤਾ ਜਿਹੜੀ ਆ ਫਸਲਾਂ ਦੇ ਅੰਦਰ ਲਿਆਉਣੀ ਆ। ਇਹਦੇ ਲਈ ਸਰਕਾਰ ਦੀ ਜਿਹੜੀ ਭੂਮਿਕਾ ਜੀ, ਅਸੀਂ ਸੈਂਟਰ ਨੂੰ ਵੀ ਕਿਹਾ ਸੀਗਾ ਨਹੀਂ ਮੂੰਗੀ ਦੇ ਨਾਲ ਕੋਈ ਹੋਰ ਫਸਲ ਵੀ ਹੈ ਜਿਸ ਦੇ ਬਾਰੇ ਸੋਚ ਰਹੇ ਹੋ ਕਿ ਇਸ ਵਾਰ ਉਹਦੀ MSP ਦੇ ਦਿੱਤੀ ਜਾਵੇ? ਇੱਕ ਮੂੰਗੀ ਦਾ ਜ਼ਿਕਰ ਤੁਸੀਂ ਕਰ ਦਿੱਤਾ, ਮੈਂ ਇਨਫੈਕਟ ਗੰਨਾ ਕਿਸਾਨਾਂ ਦਾ ਵੀ ਜ਼ਿਕਰ ਕਰਨਾ ਚਾਹੁੰਦਾ। ਗੰਨਾ ਕਿਸਾਨ ਬੜੇ ਪਰੇਸ਼ਾਨ ਹੈ, ਕਹਿੰਦੇ ਤੁਸੀਂ ਕਹਿ ਦਿੰਦੇ ਹੋ ਪਰ ਗੰਨਾ ਮਿਲ ਬਕਾਇਆ ਸਾਡਾ ਦਿੰਦੀਆਂ ਨਹੀਂ, ਮਿਲ ਜਾਣਾ ਚਾਹੀਦਾ ਪੈਸਾ। ਕਹਿੰਦੇ 2-2 ਮਹੀਨੇ ਨਿਕਲ ਜਾਂਦੇ ਨੇ। ਇਨਫੈਕਟ ਜਿਹੜੇ ਤੁਸੀਂ ਗੁਰਦਾਸਪੁਰ ਵਾਲੇ ਪਾਸੇ ਤਾਂ ਪ੍ਰੋਟੈਸਟ ਬਹੁਤ ਹੋਏ, ਤੁਹਾਡਾ ਪੂਰਾ ਇਲਾਕਾ ਹੈ ਉਹ। ਜੀ ਨਹੀਂ, ਮੈਂ ਦੱਸ ਦਿੰਦਾ, ਖਾਸ ਕਰਕੇ ਤੁਸੀਂ ਗੰਨੇ ਦਾ ਜ਼ਿਕਰ ਕੀਤਾ। 300 ਕਰੋੜ ਰੁਪਈਆ ਜਿਹੜਾ ਨਾ ਕਿ ਸਾਡੀ ਸਰਕਾਰ ਦਾ ਬਲਕਿ ਪਿਛਲੀ ਸਰਕਾਰਾਂ ਦੀ ਟਨਿਓਰ ਦਾ ਬਕਾਇਆ ਸੀਗਾ ਜੀ, ਮਤਲਬ ਸਰਕਾਰੀ ਮਿੱਲਾਂ ਵਾਲੇ ਪਾਸੇ। ਔਰ ਮੈਨੂੰ ਖੁਸ਼ੀ ਹੈ ਅੱਜ ਮੈਂ ਇੱਥੇ ਦੱਸ ਰਿਹਾ ਵੀ ਉਹ 300 ਕਰੋੜ ਰੁਪਈਆ ਕਿਸਾਨਾਂ ਨੂੰ ਮਤਲਬ ਪਾਇਆ। ਜਿਹੜੇ ਪ੍ਰਾਈਵੇਟ ਵੀ ਸੀਗਾ ਉਹ ਵੀ ਅਪਰੋਕਸੀਮੇਟਲੀ ਕਿਸਾਨਾਂ ਨੂੰ ਚਲਿਆ ਗਿਆ। ਔਰ ਇਹ ਸਰਕਾਰ ਦੇ 1 ਸਾਲ ਦੇ ਪੀਰੀਅਡ 'ਚ 20 ਰੁਪਏ ਗੰਨੇ ਦਾ ਰੇਟ ਵੀ ਵਧਿਆ। ਸੋ ਪੰਜਾਬ ਸਭ ਤੋਂ ਜ਼ਿਆਦਾ ਗੰਨੇ ਦਾ ਰੇਟ ਹੈਗਾ ਆ। ਮੇਰੇ ਹਿਸਾਬ ਨਾਲ ਹੁਣ ਸ਼ਾਇਦ ਹੀ ਕਿਤੇ ਕੋਈ ਮਾੜਾ ਮੋਟਾ ਬਕਾਇਆ ਹੋਵੇ, ਆਲਮੋਸਟ ਬਕਾਇਆ ਕਲੀਅਰ ਆ। ਸੋ ਪੰਜਾਬ ਗੰਨਾ ਵੀ ਪੰਜਾਬ ਦੇ ਅੰਦਰ ਜਿਹੜੀ ਫਸਲੀ ਵਿਭਿੰਨਤਾ ਦਾ ਅਸੀਂ ਗੱਲ ਕਰਦੇ ਆ, ਉਹਦੇ ਵਿੱਚ ਉਹਦੀ ਖਾਸ ਭੂਮਿਕਾ ਹੈਗੀ ਹੈ। ਸੋ ਉਹਦੇ ਲਈ ਅਰਕਾਂ ਜਿੱਦਾਂ ਗੁਰਦਾਸਪੁਰ ਦਾ ਤੁਸੀਂ ਜ਼ਿਕਰ ਕੀਤਾ, ਬਟਾਲੇ ਤੇ ਧਾਰੀਵਾਲ ਦੇ ਅੰਦਰ ਸ਼ੂਗਰ ਕੰਪਲੈਕਸ ਬਣ ਰਹੇ ਆ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ, ਵੀ ਉਹ ਕਿਸਾਨ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਤੋਂ ਚੇਤਨਤਾ ਵੀ ਲੈ ਸਕਣ, ਉਹਦੇ ਨੇੜੇ ਜਾਣ, ਸਿੱਖਣ ਉੱਥੋਂ। ਤੇ ਗੰਨੇ ਦਾ ਇੱਕ ਬਹੁਤ ਵੱਡਾ ਫੀਲਡ ਆ ਪੰਜਾਬ ਦੇ ਅੰਦਰ। ਅੱਛਾ ਕਟਾਰੂ ਚੱਕ ਜੀ, ਤੁਹਾਡੇ ਦੂਜੇ ਮਹਿਕਮੇ ਤੇ ਅਸੀਂ ਜ਼ਰੂਰ ਆਉਣਾ ਚਾਹਾਂਗੇ। ਚਲੋ ਫੂਡ ਸਪਲਾਈ ਬਹੁਤ ਇੰਪੋਰਟੈਂਟ ਸੀ, ਆਪਾਂ ਥੋੜਾ ਲੰਬਾ ਹੋ ਗਏ। ਦੂਜਾ ਮਹਿਕਮਾ ਵੀ ਬਹੁਤ ਚਰਚਾ 'ਚ ਹੈ, ਜੰਗਲਾਤ। ਖਾਸ ਕਰਕੇ ਪਿਛਲੇ ਸਮੇਂ 'ਚ ਹੋਏ ਵੱਡੇ ਵਿਵਾਦਾਂ ਨੂੰ ਲੈ ਕੇ, ਵੱਡੇ ਘੁਟਾਲਿਆਂ ਨੂੰ ਲੈ ਕੇ ਉੱਡੇ ਚੈਲੰਜਸ ਵੱਧ ਜਾਂਦੇ ਆ ਜਦੋਂ ਨਵੀਂ ਜ਼ਿੰਮੇਵਾਰੀ ਆਉਂਦੀ ਹੈ। ਉਹ ਸਾਬਕਾ ਮੰਤਰੀ ਵੀ ਜੇਲ੍ਹ 'ਚ, ਸਾਬਕਾ ਮੰਤਰੀ ਵੀ ਜੇਲ੍ਹ 'ਚ, ਜੰਗਲਾਤ ਵਾਲੇ ਵੀ ਜੇਲ੍ਹ 'ਚ। ਸੋ ਮੇਰੀ ਪ੍ਰੋਬਲਮ ਹੈ, ਮੇਰੇ ਮਹਿਕਮੇ ਦੇ ਦੋਨੋਂ ਸਾਬਕਾ ਮੰਤਰੀ ਜੇਲ੍ਹ 'ਚ ਹੈ। ਦੋਨੋਂ ਮੈਂ ਉਹੀ ਕਹਿ ਰਿਹਾ ਕਿ ਜਿਹਨਾਂ ਨੂੰ ਮੈਂ ਪਹਿਲਾਂ ਫੂਡ ਐਂਡ ਸਪਲਾਈ ਦਾ ਜ਼ਿਕਰ ਕੀਤਾ ਉਹ ਵੀ ਜੇਲ੍ਹ 'ਚ ਹੈ। ਅੱਛਾ, ਜਿਹੜੇ ਜੰਗਲਾਤ ਵਿਭਾਗ ਸੀ ਉਹ ਜੰਗਲਾਤ ਵਾਲੇ ਕੇਸ ਦੇ ਵਿੱਚ ਨਹੀਂ ਅੰਦਰ, ਉਹ ਹੋਰ ਕੇਸ ਦੇ ਵਿੱਚ। ਨਹੀਂ, ਜੰਗਲਾਤ ਵਾਲੇ 'ਚ ਵੀ ਹੈਗੇ। ਹਾਂ, ਉਹ ਜ਼ਮਾਨਤ ਹੋ ਗਈ ਸੀ। ਅੱਛਾ ਕਟਾਰੂ ਚੱਕ ਜੀ, ਦੇਖੋ ਡਿਵੈਲਪਮੈਂਟ ਇੱਕ ਪ੍ਰੋਸੈਸ ਹੈ, ਉਹ ਚੱਲਦੀ ਰਹਿਣੀ ਚਾਹੀਦੀ ਹੈ, ਉਹਦੇ ਤੋਂ ਕੋਈ ਮੁਨਕਰ ਵੀ ਨਹੀਂ ਹੋ ਸਕਦਾ, ਉਹ ਕਰਨੀ ਪੈਂਦੀ ਹੈ। ਪਰ ਜੇ ਡਿਵੈਲਪਮੈਂਟ ਉਸ এনवायरमेंट ਨੂੰ ਨੁਕਸਾਨ ਕਰਦੀ ਹੈ ਜੋ ਲੋਕਾਂ ਦੇ ਲਈ ਹੈਲਦੀ এনवायरमेंट ਹੈ, ਤਾਂ ਉੱਥੇ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਸਰਕਾਰ ਦੀ ਕਿ ਤੁਸੀਂ ਉਹਨੂੰ ਕੰਪਨਸੇਟ ਕਿਵੇਂ ਕਰੋਗੇ। ਬਹੁਤ ਸੜਕਾਂ ਬਣ ਰਹੀਆਂ, ਜੰਗਲਾਤ ਵਿਭਾਗ ਦੇ ਦਰਖਤ ਕੱਟੇ ਗਏ, ਉਹਨੂੰ ਲੈ ਕੇ ਸਰਕਾਰ ਦੀ ਮਤਲਬ ਕਿਵੇਂ ਤੁਸੀਂ 1 ਸਾਲ ਦੇ ਵਿੱਚ ਕੀ ਅਚੀਵ ਕੀਤਾ ਹੈ? ਦੇਖੋ, ਜੰਗਲਾਤ ਬਹੁਤ ਇੰਪੋਰਟੈਂਟ ਮਤਲਬ ਖੇਤਰ ਹੈ ਜੀ। ਇੱਕ ਸਾਇੰਟੀਫਿਕ ਆਧਾਰ ਤੇ ਮਨੁੱਖੀ ਜੀਵਨ ਨੂੰ 33% ਜੰਗਲਾਤ ਦੀ ਲੋੜ ਹੈ। ਤੁਸੀਂ ਸਵੱਛ ਹਵਾ ਜੇ ਲੈਣੀ ਹੈ, ਤੁਸੀਂ ਪੂਰੇ ਤਰ੍ਹਾਂ ਜੇ ਤੁਸੀਂ ਇੱਕ ਮਨੁੱਖੀ ਭਾਵ ਨੂੰ ਜਿਉਣਾ ਜੀ, ਜਿਹਦੇ ਵਿੱਚ ਆਕਸੀਜਨ ਵੀ ਆ, ਜਿਹਦੇ 'ਚ ਸਾਰਾ ਕੁਝ ਆ ਜਾਂਦਾ, ਤਾਂ 33% ਜੰਗਲ ਚਾਹੀਦਾ ਆ ਤੁਹਾਨੂੰ, ਜਿਹੜਾ ਇੱਕ ਸਾਇੰਟੀਫਿਕ ਬੇਸ ਬਣਿਆ ਹੋਇਆ। ਬਿਲਕੁਲ। ਪਰ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸਟੇਟ ਹੈਗੀ ਆ, ਇੱਥੇ 3.67% ਜੰਗਲ ਹੈਗਾ। ਠੀਕ ਹੈ। 3% ਪ੍ਰਾਈਵੇਟ ਹੈ। ਸੋ ਟੋਟਲ 6.67% ਜਿਹੜਾ ਜੰਗਲ ਹੈਗਾ ਆ। ਮੈਂ ਇਹ ਮਹਿਸੂਸ ਕਰਦਾ ਵੀ ਕਿਉਂਕਿ ਅਸੀਂ ਕਰੋਨਾ ਕਾਲ 'ਚ ਬਹੁਤ ਨੇੜਿਓਂ ਦੇਖਿਆ, ਸਾਡੇ ਸਭ ਦੀ ਜ਼ਿੰਦਗੀ 'ਚ ਐਪੀਸੋਡ ਵਾਪਰਿਆ। ਆਕਸੀਜਨ ਤੋਂ ਬਿਨਾਂ ਲੋਕਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸੰਸਾਰ ਤੋਂ ਅਲਵਿਦਾ ਹੁੰਦੇ ਦੇਖਿਆ। ਬਿਲਕੁਲ ਠੀਕ ਹੈ। ਸੋ ਇਸ ਕਰਕੇ ਇੱਕ ਇਕੱਲਾ ਡਿਪਾਰਟਮੈਂਟ ਹੀ ਨਹੀਂ, ਇਕੱਲੀ ਮੇਰੀ ਨਹੀਂ, ਮੈਂ ਪੰਜਾਬ ਦੇ ਟੋਟਲ ਲੋਕਾਂ ਨੂੰ ਅਪੀਲ ਕਰਦਾ, ਜੰਗਲਾਤ ਨੂੰ ਅਡਾਪਟ ਕਰੋ।
ਸਾਡੇ ਗੁਰੂਆਂ ਨੇ ਵੀ ਪਾਣੀ ਨੂੰ, ਧਰਤੀ ਨੂੰ ਕਿੱਡਾ ਵੱਡਾ ਮਤਲਬ ਨਾਂ ਦਿੱਤਾ। ਸ਼ਿਵ ਕੁਮਾਰ ਬਟਾਲਵੀ ਕਿਵੇਂ ਲਿਖਦਾ ਮਤਲਬ ਬੂਟਿਆਂ ਬਾਰੇ। ਸੋ ਉਹਦੇ ਲਈ ਅਸੀਂ ਜੋ ਕਰ ਰਹੇ ਹਾਂ ਵੀ 3 ਯੋਜਨਾਵਾਂ ਨੇ ਵਿਭਾਗ ਵੱਲੋਂ। ਇੱਕ ਕੈਂਪਾ ਯੋਜਨਾ, ਇੱਕ ਸਾਡੀ ਨੈਸ਼ਨਲ ਗ੍ਰੀਨ ਮਿਸ਼ਨ ਹੈਗਾ, ਇੱਕ ਪੰਜਾਬ ਗ੍ਰੀਨ ਮਿਸ਼ਨ ਹੈ। ਠੀਕ ਹੈ। ਇਹਦੇ ਤਹਿਤ ਪਿਛਲੇ ਸਾਲ ਅਸੀਂ 54,53,000 ਬੂਟੇ ਲਾਏ ਆ ਪੰਜਾਬ ਦੀ ਸਰਜ਼ਮੀਨ ਤੇ। ਠੀਕ ਹੈ। ਇਸ ਤੋਂ ਇਲਾਵਾ 76 ਲੱਖ ਬੂਟੇ ਅਸੀਂ ਜਿਹੜੀ ਕੋਈ NGO ਨੇ, ਕੋਈ ਪ੍ਰਾਈਵੇਟ ਇਦਾਂ ਦੀਆਂ ਹੈਗੀਆਂ ਨੇ, ਉਹਨਾਂ ਨੂੰ ਵੀ ਅਸੀਂ ਮਤਲਬ ਵੰਡੇ ਆ। ਸੋ ਟੋਟਲ ਅਸੀਂ 1 ਕਰੋੜ 30 ਲੱਖ ਦੇ ਕਰੀਬ ਬੂਟੇ ਜਿਹੜੇ ਪੰਜਾਬ ਦੀ ਸਰਜ਼ਮੀਨ ਤੇ ਲਾਏ ਆ। ਇਸ ਤੋਂ ਇਲਾਵਾ 118 ਨਾਨਕ ਬਗੀਚੀਆਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਨਾਨਕ ਬਗੀਚੀਆਂ। ਇਸ ਤੋਂ ਇਲਾਵਾ ਨਗਰ ਵਨ ਅਸੀਂ ਬਣਾਏ ਆ 3 ਪੰਜਾਬ ਦੇ ਅੰਦਰ, ਪਟਿਆਲੇ 'ਚ, ਪਠਾਨਕੋਟ 'ਚ, ਮੋਹਾਲੀ 'ਚ। ਸੋ ਲਗਾਤਾਰ ਸਾਡਾ ਇਹ ਹੈਗਾ ਆ ਵੀ ਅਸੀਂ ਪੰਜਾਬ ਨੂੰ ਗ੍ਰੀਨਰੀ ਦੇ ਪੱਖ ਤੋਂ ਸਾਡਾ ਟਾਰਗੇਟ ਆ 2030 ਤੱਕ 7% ਤੋਂ ਉੱਪਰ ਅਸੀਂ ਇਹਨੂੰ ਕਰਨਾ। ਸੋ ਐਰਕਾਂ ਵੀ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਸਾਨੂੰ ਵਿੱਤ ਮੰਤਰੀ ਜੀ ਨੇ 258 ਕਰੋੜ ਰੁਪਈਆ ਪੰਜਾਬ ਨੂੰ ਗ੍ਰੀਨਰੀ ਦੇ ਪੱਖ ਤੋਂ ਹੋਰ ਡਿਵੈਲਪ ਕਰਨ ਲਈ ਸਾਨੂੰ ਉਹ ਦਿੱਤਾ। ਔਰ ਅਸੀਂ ਆਪਣੇ ਵਿਭਾਗ ਵੱਲੋਂ 1 ਕਰੋੜ ਬੂਟੇ ਦਾ ਅਸੀਂ ਟੀਚਾ ਮਿੱਥਿਆ ਵੀ ਪੰਜਾਬ 'ਚ ਲਾਵਾਂਗੇ ਅਸੀਂ ਇਸ ਮਹੀਨੇ ਦੇ ਦੌਰਾਨ। ਔਰ ਇਹਦੇ 'ਚ ਬਰਾੜ ਸਾਹਿਬ ਮੈਂ ਇੱਕ ਗੱਲ ਜਿਹੜੀ ਤੁਹਾਡੇ ਨਾਲ ਕਹਿਣੀ ਚਾਹੁੰਦਾ ਵਿਸ਼ੇਸ਼ ਤੌਰ 'ਤੇ ਵੀ ਪ੍ਰਾਈਵੇਟ ਜਿਹੜੀਆਂ ਨੇ ਨਰਸਰੀਆਂ ਉਹਨਾਂ ਤੋਂ ਲੈ ਜਾਂਦੇ ਸੀਗੇ ਬੂਟੇ। ਠੀਕ ਹੈ। ਪਹਿਲੋਂ ਔਰ ਗੜਬੜੀ ਉਹ ਤੋਂ ਸ਼ੁਰੂ ਹੁੰਦੀ ਹੈ। ਠੀਕ ਹੈ। ਉਹਦੇ ਵਿੱਚ ਫਿਰ ਮੰਤਰੀ ਦੇ ਕਿੰਨੇ ਪੈਸੇ ਆ, ਉਹਦੇ ਪਰ ਬੂਟਾ ਅਫਸਰ ਦੇ ਲਾਉਣ ਤੋਂ ਲੈ ਕੇ ਪੇੜ ਵੱਢਣ ਤੱਕ, ਬੂਟਾ ਲਾਉਣ ਤੋਂ ਲੈ ਕੇ ਵੱਢਣ ਤੱਕ, ਲਾਉਣ ਤੋਂ ਲੈ ਕੇ ਵੱਢਣ ਤੱਕ। ਸੋ ਇਹ ਬੜਾ ਦੁਖਦਾਇਕ। ਕਿੰਨੇ ਕੁ ਹੁੰਦੇ ਆ? ਚਲੋ ਕੋਈ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਧਿਆਨ 'ਚ ਆਇਆ ਹੋਵੇ ਵੀ ਜੇ ਅਸੀਂ ਤੇ ਮੋਟਾ ਸੁਣਦੇ ਆ ਕਿ ਫਲਾਨਾ ਬੰਦਾ ਇੰਨੇ ਪੈਸੇ ਖਾ ਗਿਆ, ਜੇ ਕਰਪਸ਼ਨ ਹੁੰਦੀ ਹੈ ਤਾਂ ਕਿਸ ਲੈਵਲ ਤੇ ਹੁੰਦੀ ਹੈ? ਪਰ ਨਹੀਂ, ਚਲੋ ਮੈਂ ਤਾਂ ਦੇਖੋ ਬਦਕਿਸਮਤੀ ਦੀ ਗੱਲ ਆ, ਇੱਥੇ ਬਦਲੀਆਂ 'ਚ ਕਰਪਸ਼ਨ ਲਈ ਜਾਂਦੀ, ਬਦਲੀਆਂ 'ਚ ਪੈਸੇ ਲੈ ਜਾਂਦੇ ਆ। ਤੁਸੀਂ ਆਪ ਹੀ ਕਹਿ ਦਿੱਤਾ ਬੂਟੇ ਲਾਉਣ ਤੋਂ ਲੈ ਕੇ ਵੱਢਣ ਤੱਕ ਜਿਹੜਾ ਹੈ ਨਾ ਉਹ ਤੈਅ ਨੇ, ਉਹ ਸਲੈਬਾਂ ਬਣੀਆਂ ਹੋਈਆਂ ਨੇ। ਸੋ ਚਲੋ ਇਹ ਦੁਖਦਾਇਕ ਵਰਤਾਰਾ, ਮੈਂ ਇਹਨੂੰ ਨਹੀਂ ਛੇੜਦਾ। ਮਤਲਬ ਅਸੀਂ ਇੱਕ ਵੀ ਬੂਟਾ ਪ੍ਰਾਈਵੇਟ ਨਰਸਰੀ ਕੋ ਨਹੀਂ ਲਿਆ, ਨਹੀਂ ਲੈ ਰਹੇ। ਠੀਕ ਹੈ। ਬੀਤੇ ਬਰੇ 'ਚ ਜਿੰਨੇ ਵੀ ਬੂਟੇ ਆ ਅਸੀਂ ਆਪ ਦੀਆਂ ਨਰਸਰੀਆਂ 'ਚ ਪੈਦਾ ਕੀਤੇ। ਠੀਕ ਹੈ। ਮਜ਼ਦੂਰਾਂ ਨੂੰ ਕੰਮ ਦਿੱਤਾ, ਉਹਨਾਂ ਦੀਆਂ ਸੇਵਾਵਾਂ 'ਚ ਸੁਧਾਰ ਕਰ ਰਹੇ ਹਾਂ। ਸੋ ਆਉਣ ਵਾਲੇ ਸਮੇਂ 'ਚ ਵੀ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ ਵੀ ਇੱਕ ਵੀ ਬੂਟਾ ਅਸੀਂ ਪ੍ਰਾਈਵੇਟ ਨਰਸਰੀਆਂ ਕੋ ਨਹੀਂ ਲੈਣਾ। ਤੁਸੀਂ ਨਰਸਰੀਆਂ ਦਾ ਜ਼ਿਕਰ ਕਰ ਰਹੇ ਸੀ, ਸਾਨੂੰ ਕਿਸੇ ਨੇ ਫੋਨ ਕੀਤਾ ਇੱਕ ਦਿਨ ਕਿ ਜੇ ਕਟਾਰੂ ਚੱਕ ਜੀ ਮਿਲਣ ਤੇ ਇੱਕ ਸਵਾਲ ਜ਼ਰੂਰ ਸਾਡਾ ਚੱਕਿਓ। ਜਿਹੜੇ EMPLOYEES ਨੇ ਉੱਥੇ ਕੰਮ ਕਰਦੇ, ਕਹਿੰਦੇ ਮੇਲ EMPLOYEES ਲਈ ਬਹੁਤ ਫੈਸਿਲਿਟੀਜ਼ ਨੇ, ਫੀਮੇਲਸ ਨੂੰ ਕੁਝ ਦਿੱਕਤਾਂ ਆ ਰਹੀਆਂ ਸੀ। ਕੋਈ ਤੁਹਾਡੇ ਧਿਆਨ 'ਚ ਆਇਆ ਐਸੇ ਮੈਟਰ? ਹਾਂ, ਖਾਸ ਕਰਕੇ ਜਿਹੜੀ ਨਰਸਰੀ ਆ ਉਹਦੇ ਅੰਦਰ ਸਾਡੀਆਂ ਬੀਬੀਆਂ ਵੀ ਕੰਮ ਕਰਦੀਆਂ ਨੇ, ਡੇਲੀ ਬੇਸ ਤੇ ਕੰਮ ਕਰਦੀਆਂ ਨੇ, ਮਤਲਬ ਇਦਾਂ ਹੈ ਨਾ। ਉਹ 'ਚ ਟਾਇਲਟ ਦੀ ਵਿਵਸਥਾ ਨਹੀਂ। ਸੋ ਅਸੀਂ 100 ਨਰਸਰੀ ਪੰਜਾਬ ਦੀ ਉਹਦੇ ਅੰਦਰ ਸਾਰੀਆਂ 'ਚ ਇਸ ਵਾਰ ਟਾਇਲਟ ਦੀ ਵਿਵਸਥਾ ਕਰ ਰਹੇ ਹਾਂ, ਨਾ ਕੇਵਲ ਔਰਤਾਂ ਲਈ ਬਲਕਿ ਸਭ ਲਈ। ਸੋ ਇਹ ਉਹਨਾਂ ਦੇ ਜ਼ਖਮ ਨੇ। ਇੱਕ ਔਰਤ ਨੂੰ ਇਹ ਉਹਦਾ ਸਵੈਮਰ ਕਿੱਦਾਂ ਮਰਦਾ ਆ, ਇਹ ਘੱਟੋ ਘੱਟ ਮੈਂ ਸਮਝਦਾ ਵੀ 75 ਸਾਲਾਂ 'ਚ ਜੇ ਅਸੀਂ ਜੰਗਲਾਂ ਦੀ ਗੱਲ ਕਰਦੇ ਹਾਂ, ਬੂਟਿਆਂ ਦੀ ਗੱਲ ਕਰਦੇ ਆ, ਹਵਾ ਪਾਣੀ ਦੀ ਗੱਲ ਕਰਦੇ ਆ, ਇਹ ਫੈਸਿਲਿਟੀਜ਼ ਨਹੀਂ ਦੇ ਸਕਦੇ। ਵਿਚਰਨ ਵਾਲੇ ਜਿਹੜੇ ਮਨੁੱਖ ਨੇ ਤੇ ਮਨੁੱਖਾਂ ਤੋਂ ਇਲਾਵਾ ਜਿਹੜੇ ਜਾਨਵਰ ਨੇ ਉਹਨਾਂ ਦੀ ਵੀ ਤਾਂ ਰਾਖੀ ਅਸੀਂ ਕਰਨੀ ਹੈ। ਸੋ ਅਸੀਂ 100 ਨਰਸਰੀ ਦੇ ਵਿੱਚ ਟਾਇਲਟ ਬਣਾ ਰਹੇ ਹਾਂ। ਠੀਕ ਹੈ। ਮੇਰਾ ਇੱਕ ਸਵਾਲ ਹੈ, ਕਿਉਂਕਿ ਮੱਤੇਵਾੜਾ ਦੇ ਨਾਲ ਇੱਕ ਵੱਡੀ ਇੰਡਸਟਰੀ ਲੱਗਣੀ ਸੀ, ਟੈਕਸਟਾਈਲ ਇੰਡਸਟਰੀ, ਕਹਿੰਦੇ 1000 ਕਰੋੜ ਤੋਂ ਉੱਤੇ ਉਸ ਦੇ ਵਿੱਚ ਇਨਵੈਸਟਮੈਂਟ ਹੋਣੀ ਸੀ। ਉਹ এনवायरमेंट ਇੱਕ ਵੱਡੀ ਵਜ੍ਹਾ, ਉੱਥੇ ਪ੍ਰੋਟੈਸਟ ਹੋਏ, ਇੱਕ ਵੱਡੀ ਵਜ੍ਹਾ ਉੱਥੇ ਨਹੀਂ ਲੱਗ ਰਹੀ। এনवायरमेंट ਧਿਆਨ ਦੇ ਵਿੱਚ ਰੱਖਣਾ ਹੈ, ਪਰ ਜੇ ਇਸ ਤਰੀਕੇ ਨਾਲ ਇੰਡਸਟਰੀ ਨਹੀਂ ਆਏਗੀ ਤਾਂ ਉਹ ਵੀ ਦਿੱਕਤ ਹੈ ਜੀ। ਕਿਵੇਂ ਤੁਸੀਂ ਉਸ ਨੂੰ ਦੇਖਦੇ ਹੋ ਕਿ ਬੈਲੈਂਸ ਕਿਵੇਂ ਬਣਾਓਗੇ? ਬੈਲੈਂਸ ਕਿਵੇਂ ਹੋਵੇ, ਨਾ ਤਾਂ ਸਾਡਾ ਚੌਗਿਰਦਾ ਖਰਾਬ ਹੋਵੇ ਜੀ ਤੇ ਸਾਡੇ ਕੋਲ ਇੰਡਸਟਰੀ ਵੀ ਹੋਵੇ, ਰੋਜ਼ਗਾਰ ਆਉਂਦੀ ਰਹੇ। ਇਹਦੇ 'ਚ ਮੈਂ 3 ਗੱਲਾਂ ਕਹਿਣੀਆਂ ਚਾਹੁੰਦਾ। ਇੱਕ ਤਾਂ ਪਹਿਲੀ ਗੱਲ ਤਾਂ ਵੀ ਮੱਤੇਵਾੜਾ ਸਾਡੀ ਹਿਸਟਰੀ ਹੈ, ਸਾਡੇ ਸਭ ਦੇ ਇਮੋਸ਼ਨ ਉਹਦੇ ਨਾਲ ਜੁੜੇ ਆ। ਬਿਲਕੁਲ। ਉਹ CM ਸਾਹਿਬ ਨੇ ਬੜਾ ਹਿਸਟੋਰੀਕਲ ਫੈਸਲਾ ਕੀਤਾ, ਅਸੀਂ ਅੱਜ ਵੀ ਐਪਰੀਸ਼ੀਏਟ ਕਰਦੇ ਹਾਂ। ਦੈਨ ਇਹ ਹੈ ਵੀ ਇੰਡਸਟਰੀ ਲਾਜ਼ਮੀ ਹੈ, ਆਪਣੀ ਗਰੋਥ ਉੱਤੇ ਰੁਕੀ ਹੈ। ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੀ ਇੰਡਸਟਰੀ, ਮੈਂ ਪਠਾਨਕੋਟ ਨਾਲ ਸੰਬੰਧਿਤ ਹਾਂ, ਸਾਡੇ ਲਾਗੇ JNK ਕਠੂਏ ਦੇ ਅੰਦਰ ਸਾਰੀ ਸ਼ਿਫਟ ਕਰ ਗਈ, ਹਿਮਾਚਲ 'ਚ ਚਲੇ ਗਈ, ਇੱਧਰ ਬੱਦੀ ਵਗੈਰਾ ਤੁਸੀਂ ਦੇਖਦੇ ਹੋ ਜੀ। ਸੋ ਉਹਦੇ ਲਈ ਮੁੱਖ ਮੰਤਰੀ ਸਾਹਿਬ ਬਹੁਤ ਸੰਜੀਦਗੀ ਦੇ ਨਾਲ ਬੜੇ ਫਾਸਟ ਤੇ ਵਰਕ ਕਰ ਰਿਹਾ। ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਈਵੈਂਟ ਹੋਇਆ ਇੰਡਸਟਰੀ ਨੂੰ ਲੈ ਕੇ ਵੱਡਾ, ਤਾਂ ਉਹ ਤਾਂ ਆਉਣੀ ਹੈ ਪੰਜਾਬ ਦੇ ਅੰਦਰ। ਠੀਕ ਹੈ। ਤੀਸਰੀ ਗੱਲ ਹੈ ਵੀ ਜਿਹੜਾ ਵਾਤਾਵਰਨ ਨੂੰ, ਕਲਾਈਮੇਟ ਨੂੰ ਸਾਡਾ ਠੇਸ ਪਹੁੰਚਣੀ ਹੈ, ਨੁਕਸਾਨ ਹੋਣਾ, ਉਹਦਾ ਸਬਸਟੀਟਿਊਟ ਕੀ ਹੋਵੇ? ਉਹਦਾ ਫਿਰ ਬਦਲ ਇਹੀ ਹੈ
ਕਿ ਪੰਜਾਬ ਨੂੰ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਤਾਂ ਗ੍ਰੀਨਰੀ ਦੇ ਪੱਖ ਤੋਂ ਜ਼ਿਆਦਾ ਬੂਟੇ ਲੱਗਣ। ਮੈਂ ਇਹਦੇ 'ਚ ਇੱਕ ਇੰਟੈਂਸ਼ਨਲੀ ਇੱਕ ਗੱਲ ਕਹਿਣਾ ਉਹਨਾਂ ਆਪਣੇ ਅਧਿਕਾਰੀਆਂ ਨੂੰ, ਜੀ। ਕਰਮਚਾਰੀਆਂ ਨੂੰ, ਬੂਟੇ ਲਾਣਾ ਸਾਡਾ ਪਰਪਸ ਨਹੀਂ ਤੇ ਆਪਦੀਆਂ ਕੱਲ ਨੂੰ ਸੁਰਖੀਆਂ ਲੱਗ ਜਾਣ ਵੀ ਮੰਤਰੀ ਆਇਆ, ਅਫਸਰ ਆਇਆ ਜੀ, ਆ 300 ਬੂਟਾ ਲਾ ਕੇ ਜੀ, ਲਾ ਕੇ ਬਚਦਾ ਪਾਲੂਗਾ ਕੌਣ, ਰੱਖ ਰਖਾਵ ਕੌਣ ਕਰੂਗਾ? ਤਾਂ ਉਹਦੇ 'ਚ ਚੇਤਨ ਤੌਰ ਤੇ ਅਸੀਂ ਕਿਹਾ ਵੀ ਜਿੱਥੇ ਸਰਕਾਰੀ ਸਾਡੇ ਇੰਸਟੀਚਿਊਟ ਨੇ, ਕਿਉਂਕਿ ਆਲਮੋਸਟ ਉਹਨਾਂ ਦੀ ਬਾਉਂਡਰੀ ਹੁੰਦੀ ਹੈ, ਚਾਹੇ ਉਹ ਪਿੰਡਾਂ ਦੀਆਂ ਡਿਸਪੈਂਸਰੀਆਂ ਨੇ, ਸਕੂਲ ਨੇ, ਚਾਹੇ ਸਾਡੇ ਵਾਟਰ ਸਪਲਾਈ ਨੇ, ਹਸਪੀਟਲ ਨੇ, ਤੇ ਇੰਟੈਂਸ਼ਨਲੀ ਤੁਸੀਂ ਜ਼ਿਆਦਾ ਮਤਲਬ ਉੱਥੇ ਲਾਓ। ਦੂਸਰਾ ਇਹਦੇ ਵਿੱਚ ਅਸੀਂ ਪਿੰਡਾਂ ਦੇ ਕਿਸਾਨਾਂ ਨੂੰ ਜੀ ਉਹਨਾਂ ਨੂੰ ਅਸੀਂ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਬੂਟੇ ਦਿੰਦੇ ਆ, ਜਿੱਦਾਂ ਤੁਸੀਂ ਅਸੀਂ ਬੰਬੀਆਂ ਦੇ ਆਲੇ ਦੁਆਲੇ ਤੁਸੀਂ ਮਤਲਬ ਦੇਖਿਆ ਪਹਿਲਾਂ ਬੂਟੇ ਹੁੰਦੇ ਸੀ ਪੂਰੀ ਛਾਂ 'ਚ ਹੁੰਦਾ ਸੀ ਚਬੱਚਾ, ਹਾਂ ਬੰਬੀ ਦਾ ਚਬੱਚਾ ਹੋਣਾ, ਉੱਥੇ ਨਹਾਣਾ, ਜਾ ਕੇ ਬੂਟੇ ਥੱਲੇ ਬਹਿ ਜਾਣਾ। ਤਾਂ ਅਸੀਂ ਉਹਨਾਂ ਨੂੰ ਐਰਕਾ ਬੂਟੇ ਪ੍ਰੋਵਾਈਡ ਕਰਾਏ ਆ ਵੀ ਉਹ ਬੂਟੇ ਲਾਉਣ, 3 ਸਾਲ ਤੱਕ ਅਸੀਂ ਪਾਲ ਕੇ ਦੇਵਾਂਗੇ, ਕੋਈ ਪੈਸਾ ਨਹੀਂ ਲੈਣਾ ਉਹਨਾਂ ਕੋਲ। ਠੀਕ ਹੈ। ਉਸ ਤੋਂ ਬਾਅਦ ਉਹ ਉਹਦੀ ਕੇਅਰ ਬੈਨੀਫਿਟ ਵੀ ਲੈਣਗੇ, ਕੇਅਰ ਵੀ ਕਰਨਗੇ। ਤਾਂ ਇਹਦੇ ਉੱਤੇ ਅਸੀਂ ਮਤਲਬ ਲਗਾਤਾਰ ਲੱਗੇ ਆ। ਇੱਕ ਜਿਹੜਾ ਇਹ ਹੋਰ ਮੈਂ ਗੱਲ ਕਹਿਣੀ ਚਾਹੁੰਦਾ ਇਹਦੇ ਅੰਦਰ ਵੀ ਜਿਹੜਾ ਜੰਗਲੀ ਜੀਵ ਨੇ ਇਹ ਬਹੁਤ ਇੰਪੋਰਟੈਂਟ ਨੇ ਮਤਲਬ ਸਾਡੇ ਲਈ। ਇੱਕ ਦੁਨੀਆ ਪੱਧਰ ਦੀ ਇੱਕ ਹੈਗੀ ਆ ਜਿਹੜੀ ਆਰਗੇਨਾਈਜੇਸ਼ਨ UNEP, ਉਹ ਉਹਨਾਂ ਦੀ ਇੱਕ ਗਾਈਡਲਾਈਨ ਹੈ ਦੁਨੀਆ ਪੱਧਰ ਤੇ। ਠੀਕ ਹੈ। ਉਹਨਾਂ ਨੇ ਕਿਹਾ ਵੀ ਹਰ ਰੰਗ ਦਾ ਬੂਟਾ ਪਾਲੋ, ਠੀਕ ਹੈ, ਤੇ ਹਰ ਰੰਗ ਦੇ ਜਾਨਵਰ ਨੂੰ ਪ੍ਰਮੋਟ ਕਰੋ, ਉਹਦੀ ਸੁਰੱਖਿਆ ਕਰੋ। ਪਤਾ ਨਹੀਂ ਕਿਹੜੇ ਵੇਲੇ ਮਨੁੱਖ ਨੂੰ ਕਿਹੜੇ ਬੂਟੇ ਦੀ ਲੋੜ ਪੈ ਜਾਣੀ। ਬਿਲਕੁਲ। ਉਦਾਹਰਨ ਦੇ ਤੌਰ ਤੇ ਸਾਡਾ ਹੁਸ਼ਿਆਰਪੁਰ ਨੂੰ ਅੰਬੀਆਂ ਦਾ ਜ਼ਿਲ੍ਹਾ ਕਿਹਾ ਜਾਂਦਾ, ਉੱਥੇ ਦੇਸੀ ਅੰਬ ਹੁੰਦੇ ਸੀਗੇ, ਮੇਰੇ ਪਠਾਨਕੋਟ 'ਚ ਵੀ ਹੁੰਦੇ ਸੀਗੇ, ਅੱਜ ਉਹ ਲੋਪ ਹੋ ਰਹੇ ਆ। ਸੋ ਅਸੀਂ ਉਸ ਪਾਸੇ ਵੀ ਲੱਗੇ ਆ ਮਤਲਬ, ਤੇ ਨਾਲ ਦੀ ਨਾਲ ਜਿੱਦਾਂ ਮੈਂ ਕਹਿ ਸਕਦਾ ਵੀ ਜੰਗਲੀ ਜਾਨਵਰਾਂ ਦੀ ਗੱਲ ਕੀਤੀ, ਪਸ਼ੂ ਪੰਛੀ ਕਿੰਨੇ ਅਲੋਪ ਹੋ ਗਏ। ਹਾਂ, ਤੁਹਾਡੇ ਲਾਗੇ ਬਰਾੜ ਜੀ, ਤੁਸੀਂ ਕਦੀ ਜਾਇਓ ਜਾਂ ਗਏ ਹੋਵੋਗੇ ਸਤਵੀੜ ਦੇ ਅੰਦਰ? ਜੀ ਜੀ, ਜ਼ਰੂਰ ਜਾਇਓ, ਗਏ ਹੋ। ਉੱਥੇ 1700 ਕਿਸਮ ਦੇ ਪੰਛੀ ਨੇ, ਜਾਨਵਰ ਨੇ। ਉਹ ਕੀ ਕੇਜ ਬਣਾਇਆ ਉਹਨਾਂ ਨੇ ਬਹੁਤ ਵੱਡਾ, ਜੀ ਦੇਖਿਆ ਜੀ ਜੀ। ਔਰ ਇਹਨੂੰ ਉਹ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਉਹਦੇ ਵੱਲੋਂ ਮਾਨਤਾ ਪ੍ਰਾਪਤ ਵੀ ਹੈ। ਔਰ ਪਹਿਲੀ ਵਾਰ ਆ ਪੰਜਾਬ ਦੀ ਹਿਸਟਰੀ 'ਚ ਵੀ ਅਸੀਂ ਜਾਨਵਰਾਂ ਲਈ ਜਿਹੜਾ ਜਦੋਂ ਅਸੀਂ ਰੈਸਕਿਊ ਕਰਦੇ ਆ, ਕੋਈ ਇੰਜਰਡ ਹੋ ਜਾਂਦਾ ਜਾਂ ਆਪਸ 'ਚ ਲੜਦੇ ਕਈ ਵਾਰ ਹੋ ਜਾਂਦੇ ਆ, ਉਹਨਾਂ ਲਈ ਅਸੀਂ ਪਹਿਲੀ ਵਾਰ ਆ ਪੰਜਾਬ ਦੇ ਅੰਦਰ ICU ਬਣਾਇਆ। ਅੱਛਾ, ਛੱਤਬੀੜ ਦੇ ਅੰਦਰ ਮਤਲਬ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ, ਵੀ ਉਹਨਾਂ 'ਚ ਵੀ ਜਾਨ ਆ, ਉਹ ਵੀ ਉਹਨਾਂ 'ਚ ਵੀ ਇੱਕ ਭਾਵ ਹੈਗਾ ਆ। ਸੋ ਉਹਨਾਂ ਨੂੰ ਟ੍ਰੀਟ ਕਰਨ ਲੱਗੇ ਐਵੇਂ ਨਹੀਂ ਵੀ ਜਿੱਦਾਂ ਆਪਾਂ ਕਹਿ ਦਿੰਦੇ ਵੀ ਜਾਨਵਰਾਂ ਵਾਂਗ ਟ੍ਰੀਟ ਕਰਨਾ, ਜਾਨਵਰ ਤਾਂ ਹੈਗੇ ਆ ਪਰ ਉਹਨਾਂ 'ਚ ਵੀ ਜਾਨ ਆ, ਉਹਨਾਂ ਨੂੰ ਵੀ ਇੱਦਾਂ। ਤਾਂ ਅਸੀਂ ਪਹਿਲੀ ਵਾਰ ਪੰਜਾਬ ਦੇ ਅੰਦਰ ਉਹ ਬਣਿਆ। ਸੋ ਨਾਲ ਇੱਕ ਬਹੁਤ ਵੱਡਾ ਇੰਟਰਪ੍ਰੀਟੇਸ਼ਨ ਸੈਂਟਰ ਹੁਣ ਅਸੀਂ ਮੈਂ ਹਰੀਕੇ ਦੇ ਵਿੱਚ 1 ਕਰੋੜ ਦੀ ਲਾਗਤ ਦੇ ਨਾਲ ਉੱਥੇ ਵੀ ਅਸੀਂ ਇਹ ਸਾਰਾ ਸਿਸਟਮ ਬਣਾ ਰਹੇ ਹਾਂ। ਸੋ ਮੇਰਾ ਯਤਨ ਹੈ ਇਹ ਨਾਲ ਦੀ ਨਾਲ ਤੁਹਾਡੇ ਇੱਕ ਸੈਲਾਨੀ ਵੀ ਸਪੌਟ ਬਣਦੇ ਆ, ਟੂਰਿਸਟ ਸਪੌਟ ਤੁਸੀਂ ਬਣਾਤਾ ਵਧੀਆ, ਤਾਂ ਸਰਕਾਰ ਨੂੰ ਆਬਵੀਅਸਲੀ ਉਸ ਤੋਂ ਰੈਵਨਿਊ ਜਨਰੇਸ਼ਨ ਵੀ ਹੋਊਗੀ ਜੇ ਜ਼ਿਆਦਾ ਆਉਣਗੇ। ਕੋਈ ਐਸਾ ਪ੍ਰੋਜੈਕਟ ਬਣਾਇਆ? ਹਾਂ, ਦੇਖੋ ਮੈਂ ਕਹਿ ਸਕਦਾ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਜੇ ਕੋਈ ਟੂਰਿਸਟ ਡੇਲੀ ਆ ਰਿਹਾ ਤੇ ਉਹ ਸਤਵੀੜ ਜਾਂਦੇ ਆ, ਛੱਤਬੀੜ ਚ। ਜੈਸ ਸੋ ਇਹ ਬੜਾ ਵੱਡਾ। ਮੈਂ ਵਿਜੇ ਦੇ ਸਵਾਲ ਦੇ ਨਾਲ ਐਡ ਕਰ ਦਵਾਂ, ਦੇਖੋ ਦੇਸ਼ ਦੇ ਵਿੱਚ ਚੀਤਿਆਂ ਦਾ ਜ਼ਿਕਰ ਬਹੁਤ ਹੋਇਆ ਪਿਛਲੇ ਕੁਝ ਸਮੇਂ ਦੇ ਵਿੱਚ, ਮੱਧ ਪ੍ਰਦੇਸ਼ ਚਲੇ ਗਏ ਮੋਸਟਲੀ, ਕਿ ਪੰਜਾਬ ਨੇ ਵੀ ਕੋਈ ਐਸਾ ਜ਼ਿਹਨ ਦੇ ਵਿੱਚ ਰੱਖਿਆ ਹੈ? ਜਿਵੇਂ ਛੱਤਬੀੜ ਜ਼ੂ ਸਾਡੇ ਕੋਲ ਇੱਕ ਬਹੁਤ ਵੱਡਾ ਪਲੇਸ ਹੈ, ਇਨਫੈਕਟ ਤੁਸੀਂ ਕਹਿੰਦੇ ਹੋ ਬਹੁਤ ਉੱਥੇ ਆਉਂਦੇ ਨੇ ਕਿਉਂਕਿ ਟੂਰਿਸਟ ਤਾਂ ਇਸ ਦੇ ਨਾਲ ਵੱਧ ਹੈ, ਕਿ ਸਾਡੇ ਵੀ ਪਲਾਨ ਦੇ ਵਿੱਚ ਉਹ ਹੈ ਵੀ ਐਸੇ ਜਾਨਵਰ ਜਾਂ ਐਸੇ ਪਸ਼ੂ ਪੰਛੀ ਲੈ ਕੇ ਆਈਏ। ਇਹਦੇ 'ਚ ਦੋ ਜਾਨਵਰਾਂ ਬਾਰੇ ਅਸੀਂ ਪਲਾਨ ਕੀਤਾ ਜੀ। ਇੱਕ ਤੇ ਨੀਲ ਗਾਂ ਜਿਹੜੀ ਆ ਉਹ ਉਹਦੇ ਰਹਿਣ ਲਈ ਉਹ ਸਪੇਸ ਨਹੀਂ ਰਹੇ, ਉਹ ਟਿੱਬਿਆਂ 'ਚ ਰਹਿੰਦੀ ਸੀਗੀ। ਬਿਲਕੁਲ। ਉਹ ਇੱਕ ਤਾਂ ਉਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਨਹੀਂ ਸੋਰੀ ਨੀਲ ਗਾਂ ਹਿਰਨ, ਕਾਲਾ ਹਿਰਨ, ਤੇ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਸੋਚ ਰਹੇ ਹਾਂ 2-3 ਥਾਵਾਂ ਦੀ ਅਸੀਂ ਡਿਮਾਰਕੇਸ਼ਨ ਕੀਤੀ ਆ ਵੀ ਉਹਨਾਂ ਨੂੰ ਸੇਫ ਜਗ੍ਹਾ ਤੇ ਲਿਆਂਦਾ ਜਾਵੇ। ਠੀਕ ਹੈ। ਇੱਕ ਸਾਡੇ ਮੈਂ ਫੇਰ ਕਹਾਂ ਵੀ ਪੰਜਾਬ ਦੇ ਹਿਰਦੇ ਨਾਲ ਜੁੜਿਆ ਸਾਡਾ ਇੱਕ ਬੜਾ ਜਜ਼ਬਾਤ ਨਾਲ ਜੁੜਿਆ ਬਾਜ਼, ਉਹ ਲੋਪ ਹੋ ਰਿਹਾ ਜਾਂ ਘਟ ਰਿਹਾ। ਉਹਦੀ ਅਸੀਂ ਸੋਚ ਰਹੇ ਹਾਂ ਵੀ ਉਹਦੀ ਜਨਰੇਸ਼ਨ ਨੂੰ ਡਿਵੈਲਪ ਕਰਨ ਦੇ ਲਈ ਕਿਹੜਾ ਏਰੀਆ ਕੋਈ ਇਸ ਤਰੀਕੇ ਦੀ ਕੀਤੀ, ਕਿਹੜਾ ਏਰੀਆ ਪੰਜਾਬ ਦਾ ਸੂਟੇਬਲ ਹੈਗਾ ਜਿੱਥੇ ਉਹ ਜ਼ਿਆਦਾ ਵੱਧ ਫੁੱਲ ਸਕਦੇ ਆ, ਉਹ ਤੇ ਅਸੀਂ ਕੰਮ ਕਰ ਰਹੇ ਹਾਂ। ਮੈਨੂੰ ਆਸ ਹੈ ਵੀ ਸਾਲ ਦੇ ਦੌਰਾਨ ਅਸੀਂ ਉਹ ਨੇਪਰੇ ਚਾੜਾਂਗੇ। ਸੋ ਲਗਾਤਾਰ ਅਸੀਂ ਵਿਭਾਗ ਦੇ ਅੰਦਰ ਨਾ ਕੇਵਲ ਜੰਗਲਾਤ ਦੀ, ਜਾਨਵਰਾਂ ਦੀ, ਸਾਡੇ EMPLOYEE ਦੇ ਵੀ ਜੇ ਕੋਈ ਸਵਾਲ ਆਉਂਦੇ ਨੇ ਅਸੀਂ ਬੜੇ ਧੀਰਜ ਨਾਲ ਸੁਣਦੇ ਹਾਂ, ਉਹਨਾਂ ਦੇ ਹੱਲ ਕੱਢਦੇ ਹਾਂ।
ਸੋ ਸਾਡੇ ਯਤਨ ਨੇ ਵੀ ਜੰਗਲਾਤ ਪ੍ਰਮੋਟ ਕੀਤਾ ਜਾਵੇ, ਉਹਦੀ ਸੁਰੱਖਿਆ ਕੀਤੀ ਜਾਵੇ ਤੇ ਉੱਥੇ ਬਸਣ ਵਾਲੇ ਸਾਡੇ ਜਿਹੜੇ ਪੰਛੀ ਨੇ, ਪਸ਼ੂ ਨੇ, ਉਹ ਟੂਰਿਸਟ ਵੀ ਉਹ ਵੀ ਵੱਧਦੇ ਹੈ। ਆ। ਚਲੋ ਆਖਿਰ ਦੇ ਵਿੱਚ ਇੱਕ ਵਾਰੀ ਦੁਬਾਰਾ ਤੁਹਾਡੇ ਫੂਡ ਐਂਡ ਸਪਲਾਈ ਵਾਲੇ ਡਿਪਾਰਟਮੈਂਟ ਤੇ ਅਸੀਂ ਜ਼ਰੂਰ ਜੀ। ਆਵਾਂਗੇ। ਮੈਨੂੰ ਲੱਗਦਾ ਕਿ ਵਿਜੇ ਜਿੱਥੋਂ ਆਉਂਦੇ ਨੇ ਦੱਖਣ ਮਾਲਵੇ ਤੋਂ, ਇਹ ਨਰਮੇ ਵਾਲੀ ਬੈਲਟ ਰਹਿ ਗਈ ਸੀ। ਜੀ, ਜੀ। ਦੇਖੋ ਨਰਮੇ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਪ੍ਰੋਬਲਮ ਇਸ ਸਮੇਂ ਕੀ ਹੈ ਕਿ ਜੇ ਵਧੀਆ ਹੋ ਗਿਆ ਤਾਂ ਪਿਛਲੇ ਸਾਲ 9,9500 ਤੱਕ ਰੇਟ ਮਿਲ ਗਿਆ। ਅੱਛਾ, ਉਸ ਤੋਂ ਬਾਅਦ ਲੱਗਿਆ ਕਿ ਰੇਟ ਵਧੀਆ ਮਿਲ ਗਿਆ, ਅਗਲੀ ਵਾਰੀ ਨਰਮਾ ਜ਼ਿਆਦਾ ਹੋ ਗਿਆ, ਯਾਨੀ ਜ਼ਿਆਦਾ ਰਕਬੇ 'ਚ ਲਗਾ ਦਿੱਤਾ ਗਿਆ। ਫਿਰ ਅਗਲੇ ਸਾਲ ਰੇਟ ਘੱਟ, ਉਹ 6000 ਰਹਿ ਜਾਂਦਾ, 5500 ਰਹਿ ਜਾਂਦਾ, 6500 ਰਹਿ ਗਿਆ। ਇਹ ਜਿਹੜਾ ਰੇਟ ਦੇ ਵਿੱਚ ਫਲਕਚੁਏਸ਼ਨ ਹੈ, ਇਹਨੂੰ ਕਿਵੇਂ ਤੁਸੀਂ ਕੰਟਰੋਲ ਕਰ ਸਕਦੇ ਹੋ, ਕਰ ਵੀ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ? ਕਿਉਂਕਿ ਨਰਮਾ ਵੀ ਪੰਜਾਬ ਦੇ ਵਿੱਚ ਬਹੁਤ ਵੱਡੇ ਉੱਤੋਂ ਬਿਮਾਰੀਆਂ ਦਾ ਡਰ ਹੈ, ਬੰਦਾ ਪੰਗਾ ਲਊਗਾ ਤਾਂ ਪਹਿਲਾਂ ਸਾਰਾ ਖਤਮ ਹੋ ਗਿਆ। ਜੀ, ਮੈਂ ਸਮਝਦਾ ਵੀ ਜਿਹੜੀ ਆਪਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਆ ਨਾ, ਕਿਸੇ ਨਾ ਕਿਸੇ ਰੂਪ ਚ ਇਹਦੇ ਤੰਦਾਂ ਉਸ ਗੱਲ ਨਾਲ ਜੁੜਦੀਆਂ ਨੇ, ਬਿਲਕੁਲ ਜੁੜਦੇ ਹੈਗਾ ਨਾ। ਸੋ ਇਹਦੇ ਲਈ ਕਿਸਾਨ ਕੁਝ ਵੀ ਬੀਜਣ ਲਈ ਤਿਆਰ ਹੈ। ਪੰਜਾਬ ਦਾ ਅਸੀਂ ਗਰਾਊਂਡ 'ਚ ਰਹਿੰਦੇ ਆ, ਕਿਸਾਨਾਂ ਮਜ਼ਦੂਰਾਂ ਦੇ ਧੀਆਂ ਪੁੱਤ ਹੈਗੇ ਆ ਅਸੀਂ। ਉਹਨੂੰ ਸਿਰਫ ਦੋ ਚੀਜ਼ਾਂ ਦੀ ਗਰੰਟੀ ਚਾਹੀਦੀ ਹੁੰਦੀ ਹੈ, ਇੱਕ MSP ਦੀ, ਇੱਕ ਮੰਡੀਕਰਨ ਦੀ। ਉਹਨੂੰ ਭਰੋਸਾ ਹੋਵੇ ਕਿ ਮੇਰਾ ਸਮਾਨ ਚੱਕਿਆ ਜਾਊਗਾ ਜੀ ਤੇ ਮੈਨੂੰ ਪ੍ਰੋਪਰ ਪੈਸੇ ਮਿਲ ਜਾਣਗੇ। ਉਹਦੇ 'ਤੇ ਸਾਡੀ ਸਰਕਾਰ ਪੂਰੀ ਜਿਹੜੀ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਉਹ ਅਸੀਂ ਪੂਰੀ ਨਿਭਾਵਾਂਗੇ। ਔਰ ਨਾ ਕੇਵਲ ਜਿਹੜੀ ਫਸਲੀ ਵਿਭਿੰਨਤਾ ਜੀ, ਬਲਕਿ ਐਗਰੋ ਫੋਰੈਸਟਰੀ ਦੇ ਅੰਦਰ ਵੀ ਅਸੀਂ ਜਿਹੜਾ ਆ ਮਤਲਬ ਉਹਦੇ ਅੰਦਰ ਵੀ ਅਸੀਂ ਬੜਾ ਕੁਝ ਕਰ ਰਹੇ ਹਾਂ। ਅਸੀਂ ਜਿਹੜਾ ਮਿਸਾਲ ਦੇ ਤੌਰ ਤੇ ਜੰਗਲਾਤ ਹੈ, ਪਪੂਲਰ ਹੈ ਜੀ, ਪਿੱਪਲ ਹੈ, ਸਾਡਾ ਜਿਹੜੀ ਆ ਉਹ ਦਰੇਕ ਹੈ, ਸਾਡੀ ਟਾਹਲੀ ਹੈ, ਇਹਦੇ ਉੱਤੇ ਅਸੀਂ ਕਿਸਾਨ ਨੂੰ 60 ਰੁਪਏ ਸਬਸਿਡੀ ਦਿੰਦੇ ਆ ਇੱਕ ਬੂਟੇ ਪਿੱਛੇ। ਲੱਖਾਂ ਰੁਪਏ ਦੀ ਸਬਸਿਡੀ ਜਾ ਰਹੀ ਹੈ।